ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਮੀਡੀਆ ਕਰਮੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਦੇ ਉੱਪਰ ਅੱਜ ਇੱਥੇ ਇੱਕ ਬਹੁਤ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ। ਮੇਰੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਗਗਨਦੀਪ ਚੱਡਾ ਜੀ, ਮੇਰੇ ਲੈਫਟ ਹੈਂਡ ਸਾਈਡ ਤੇ ਸਹਚੰਦ ਸਿੰਘ ਬਰਸਟ, ਨੀਲ ਗਰਗ ਜੀ, ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਇਸਤਕਬਾਲ ਕਰਦੇ ਹਾਂ। ਸਾਥੀਓ, ਬੜੇ ਲੰਮੇ ਸਮੇਂ ਤੋਂ ਬਿਜਲੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਪਾਵਰ ਸੈਕਟਰ ਜਿਹੜਾ ਉਹ ਪੰਜਾਬ ਨੂੰ ਝਟਕੇ ਦੇ ਰਿਹਾ ਹੈ ਬਿਜਲੀ ਦੇ। ਇਹ ਤਕਰੀਬਨ 4.5 ਪੌਣੇ 5 ਸਾਲਾਂ ਤੋਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਇੱਕ ਵਾਈਟ ਕਾਲਰਡ ਮਾਫੀਆ ਜਿਹੜਾ ਉਹ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਨੱਕ ਹੇਠ ਤੇ ਹੁਣ ਚੰਨੀ ਸਾਹਿਬ ਦੀ ਸਰਕਾਰ ਦੇ ਨੱਕ ਹੇਠ ਚੱਲ ਰਿਹਾ ਹੈ। ਅਸੀਂ ਕਹਿੰਦੇ ਆ ਰਹੇ ਹਾਂ, ਸਰਕਾਰ ਮੁਨਕਰ ਹੁੰਦੀ ਰਹੀ, ਜਦੋਂ ਸਵਾਲ ਵਿਧਾਨ ਸਭਾ ਦੇ ਵਿੱਚ ਉਠਾਇਆ ਉਹ ਘਿਰਦੇ ਵੀ ਰਹੇ, ਪਰ ਬੇਸ਼ਰਮੀ ਵਾਲੀ ਚੁੱਪ ਹੈ ਉਹਨਾਂ ਨੇ ਉਹ ਧਾਰੀ ਰੱਖੀ। ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਤਕਰੀਬਨ 2 ਸਾਲ ਪਹਿਲਾਂ ਜਦੋਂ ਅਸੀਂ ਇਹ ਬਹੁਤ ਇਸ਼ੂ ਵੱਡੇ ਪੱਧਰ ਦੇ ਉੱਪਰ ਚੱਕਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ ਜਿਹੜੇ ਉਹ ਪੰਜਾਬ ਨੂੰ ਹਰ ਸਾਲ ਹਜ਼ਾਰਾਂ ਕਰੋੜ ਦਾ ਚੂਨਾ ਲਾ ਰਹੇ ਨੇ, ਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਈਟ ਪੇਪਰ ਲੈ ਕੇ ਆਏ, ਦਿਖਾਇਆ ਸਾਨੂੰ ਵਿਧਾਨ ਸਭਾ ਦੇ ਵਿੱਚ ਹਿਲਾ ਕੇ, ਔਰ ਫਿਰ ਮੁੜ ਕੇ ਦੁਬਾਰਾ ਛਾਤੀ ਦੇ ਨਾਲ ਲਾ ਕੇ ਵਾਪਸ ਲੈ ਗਏ। ਤੇ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਅਕਾਲੀ ਦਲ ਔਰ ਕਾਂਗਰਸ ਹੈ ਜਿਹੜੀ ਉਹ ਇੱਕੋ ਥਾਲੀ ਦਾ ਚੱਟਾ ਬੱਟਾ ਬਣ ਕੇ ਇਸ ਵਾਈਟ ਕਾਲਰਡ ਮਾਫੀਏ ਨੂੰ ਚਲਾ ਰਹੀ ਹੈ, ਅਸੀਂ ਆਮ ਆਦਮੀ ਪਾਰਟੀ ਖੁਦ ਆਪ ਅਸੀਂ ਇਹ ਵਾਈਟ ਪੇਪਰ ਹੈ ਜਿਹੜਾ ਜਿਹਦੇ ਵਿੱਚ ਪਿਛਲੇ 10 ਸਾਲ ਦੀ ਅਕਾਲੀ ਭਾਜਪਾ ਸਰਕਾਰ ਦਾ ਔਰ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਦੀ ਤੇ ਹੁਣ ਚੰਨੀ ਸਾਹਿਬ ਦੀ ਸਰਕਾਰ ਦਾ ਅਸੀਂ ਲੇਖਾ ਜੋਖਾ ਇਹਦੇ ਵਿੱਚ ਕੰਪਲੀਟ ਕਰਕੇ ਰੱਖਿਆ। ਤੇ ਉਸ ਸਮੇਂ ਵੀ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ, ਪਰ ਹੁਣ ਕਿਉਂਕਿ ਚੋਣਾਂ ਦੇ ਵਿੱਚ ਮਹਿਜ਼ ਕੁਝ ਕੁ ਦਿਨ ਰਹਿ ਗਏ ਨੇ ਤੇ ਦੁਬਾਰਾ ਸਿਰਫ ਔਰ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਹੁਣ ਲੋਲੀਪੌਪ ਵੰਡੇ ਜਾ ਰਹੇ ਨੇ ਸਮੁੱਚੇ ਪੰਜਾਬ ਨੂੰ। ਤੇ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਜਿਹੜਾ ਪਾਵਰ ਪਰਚੇਜ਼ਸ ਐਗਰੀਮੈਂਟਸ ਦਾ ਸੀਗਾ, ਉਹਦੇ ਬਾਰੇ ਚੰਨੀ ਸਾਹਿਬ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ 11 ਤਰੀਕ ਨੂੰ ਸਾਹਿਬ ਮਨਪ੍ਰੀਤ ਸਿੰਘ ਬਾਦਲ ਵਾਈਟ ਪੇਪਰ ਲੈ ਕੇ ਆਏ ਨੇ। ਇਹ ਵਾਈਟ ਬੁਕਲੇਟ ਹੈ ਜਿਹੜੀ, ਇਹ ਵਾਈਟ ਤਾਂ ਚਿੱਟੀ ਤਾਂ ਜ਼ਰੂਰ ਨਜ਼ਰ ਆਉਂਦੀ ਹੈ, ਪਰ ਮੈਂ ਸਮਝਦਾ ਕਿ ਇਹ ਇੱਕ ਤਰੀਕੇ ਨਾਲ ਝੂਠਾਂ ਦਾ ਪਲੰਦਾ ਹੈ। ਇਹ ਜਿਹੜਾ ਵਾਈਟ ਪੇਪਰ ਉਹਨਾਂ ਨੇ ਜਾਰੀ ਕੀਤਾ ਉਹ 9 ਪੇਜ ਦਾ ਹੈ, ਤੇ ਜਿਹੜਾ ਅਸਲੀ ਵਾਈਟ ਪੇਪਰ ਹੈ ਉਹ 17 ਪੇਜ ਦਾ ਹੈ। ਜਿਹੜੇ 8 ਪੇਜ ਇਹਨਾਂ ਨੇ ਇਸ ਵਾਈਟ ਪੇਪਰ ਦੇ ਵਿੱਚ ਇਹਨਾਂ ਨੇ ਜਿਹੜਾ ਕੁਝ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ ਉਹ ਤਾਂ ਬਿਆਨ ਕਰ ਦਿੱਤਾ, ਜਿਹੜਾ ਇਹਦੇ ਵਿੱਚ ਵੀ ਦਰਜ ਹੈ, ਪਰ ਜਿਹੜੀਆਂ ਕਰਤੂਤਾਂ ਕਾਰਨਾਮੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ, ਚਾਹੇ 2006 ਜਦੋਂ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ, ਤੇ ਚਾਹੇ ਉਸ ਤੋਂ ਬਾਅਦ ਇਹਨਾਂ 5 ਸਾਲਾਂ ਦਾ, ਉਹ ਨਹੀਂ ਇਹਨਾਂ ਨੇ ਦਰਜ ਕੀਤਾ। ਇਸੇ ਕਰਕੇ 8 ਪੇਜ ਨੇ ਜਿਹੜੇ ਘਟ ਕੇ 17 ਦੇ 9 ਹੀ ਰਹਿ ਗਏ ਨੇ। ਹੁਣ ਮੈਂ ਪੁਆਇੰਟ ਵਾਈਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਇਸ ਵਾਈਟ ਪੇਪਰ ਦੇ ਵਿੱਚ, ਕਿਉਂਕਿ ਜੇ ਪਹਿਲਾਂ ਦਿੱਤਾ ਹੁੰਦਾ ਤੇ ਉਸੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਖੈਰ ਅਸੀਂ ਇਹ ਜਦੋਂ ਸਾਰਾ ਕੁਝ ਬੋਲੇ ਸੀਗੇ, ਉਹਨਾਂ ਕੋਲ ਮਨਪ੍ਰੀਤ ਬਾਦਲ ਜੀ ਕੋਲ ਜਵਾਬ ਨਹੀਂ ਸੀਗਾ। ਅੱਜ ਮੈਂ ਵਿਸਤਾਰ ਦੇ ਵਿੱਚ, ਕਿਉਂਕਿ ਉਸ ਦਿਨ ਸੁਨਾਮ ਚਲੇ ਗਏ ਸੀਗੇ, ਅੱਜ ਹੀ ਆਇਆ, ਮੈਂ ਪੰਜਾਬ ਦੇ ਲੋਕਾਂ ਸਾਹਮਣੇ ਸਪਸ਼ਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਾਵਰ ਸੈਕਟਰ ਦੇ ਵਿੱਚ ਕੀ ਲੰਮੇ ਸਮੇਂ ਤੋਂ ਪਹਿਲੇ ਦਿਨ ਤੋਂ ਅੱਜ ਤੱਕ ਮੈਂ ਉਹ ਰੱਖਣਾ ਚਾਹੁੰਦਾ। ਉਸ ਦਿਨ ਸਰ ਮਨਪ੍ਰੀਤ ਸਿੰਘ ਬਾਦਲ ਨੇ ਗੱਲ ਕੀਤੀ ਕਿ ਜਦੋਂ ਇਹ ਪਿਛਲੇ ਸਮੇਂ ਦੇ ਵਿੱਚ ਇਹ ਐਗਰੀਮੈਂਟ ਨੇ ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਹੋਏ 2007 ਤੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ, ਪਰ ਸਹੀ ਮਾਇਨੇ ਦੇ ਵਿੱਚ ਇਹ ਜਿਹੜੇ ਐਗਰੀਮੈਂਟ ਹੋਏ ਇਹਨਾਂ ਨੂੰ ਮਨਜ਼ੂਰੀ ਇਨ ਪ੍ਰਿੰਸੀਪਲ ਮਿਲੀ 24/3/2006 ਨੂੰ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ। ਉਸ ਸਮੇਂ 2 ਯੂਨਿਟ ਬਣਾਵਾਲੀ ਔਰ ਰਾਜਪੁਰੇ ਵਾਲਾ ਯੂਨਿਟ, ਇਹਨਾਂ ਨੂੰ 1000 ਮੈਗਾਵਾਟ 2000 ਮੈਗਾਵਾਟ ਲਾਉਣ ਦੀ ਮਨਜ਼ੂਰੀ ਮਿਲੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਨੇੜੇ ਆਈਆਂ ਉਹੀ ਯੂਨਿਟ ਇਹ ਤੋਂ ਇਹਨਾਂ ਨੇ ਇਹ ਤਾਂ ਕਿਹਾ ਕਿ ਇਹ ਅਕਾਲੀ ਦਲ ਵੇਲੇ ਲੱਗੇ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਸੀਗੀ, ਇਲੈਕਸ਼ਨਾਂ ਤੋਂ ਮਹਿਜ਼ 14 ਕੁ ਦਿਨ ਪਹਿਲਾਂ ਇਹਨਾਂ ਨੇ 20/1/2017 ਨੂੰ ਪੰਜਾਬ ਜਿਹੜੇ PSC ਜਿਹੜਾ ਕਿ ਹੁਣ PSPL ਹੈ, ਉਹਨਾਂ ਨੇ ਇਹਦੀ ਜਿਹੜੀ ਸੀਗੀ 2000 ਮੈਗਾਵਾਟ ਤੋਂ ਵਧਾ ਕੇ ਉਹ 2400 ਮੈਗਾਵਾਟ ਤਾਂ ਉਸ ਸਮੇਂ ਹੀ ਕਰ ਦਿੱਤੀ ਸੀਗੀ। ਔਰ ਜੇ ਤੁਸੀਂ ਇਹ ਸੈਸ਼ਨ ਧਿਆਨ ਨਾਲ ਸੁਣਿਆ ਹੋਵੇ ਤੇ ਉਸ ਸੈਸ਼ਨ ਦੇ ਵਿੱਚ ਸਰ ਮਨਪ੍ਰੀਤ ਸਿੰਘ ਬਾਦਲ ਨੇ ਬੜੇ ਵਿਸਤਾਰ ਦੇ ਵਿੱਚ ਔਰ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਕਿਵੇਂ ਅਕਾਲੀ ਭਾਜਪਾ ਸਰਕਾਰ ਨੇ BOT ਤੋਂ ਬਦਲ ਕੇ BOO ਕਰ ਦਿੱਤਾ ਕਿ BOT ਮੀਨਸ ਬਿਲਡ ਓਨ
ਆਪਰੇਟ ਤੇ ਟ੍ਰਾਂਸਫਰ ਟੂ ਸਟੇਟ, ਯਾਨੀ ਕਿ 25 ਸਾਲ ਬਾਅਦ ਇਹ ਯੂਨਿਟ ਪੰਜਾਬ ਦੇ ਹੋ ਜਾਣੇ ਸੀਗੇ, ਤੇ ਇਹਨਾਂ ਨੇ ਉਹ ਬਦਲ ਕੇ ਕਰ ਦਿੱਤਾ BOO, ਬਿਲਡ ਓਨ ਆਪਰੇਟ, ਤੇ ਮਲਕੀਤੀ ਹੈ ਜਿਹੜੀ 25 ਸਾਲ ਬਾਅਦ ਵੀ ਇਹਨਾਂ ਥਰਮਲ ਪਲਾਂਟਾਂ ਦੇ ਮਾਲਕਾਂ ਦੀ ਰਹਿ ਜਾਣੀ ਸੀਗੀ। ਇਹ ਮੈਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਜਿਹੜਾ ਲੁਕੋ ਇਹਦੇ ਵਿੱਚ ਰੱਖ ਗਏ, ਇਹ ਦੱਸਣਾ ਚਾਹੂੰਗਾ ਕਿ ਬਾਦਲ ਸਾਹਿਬ ਇਹ ਹੋਇਆ ਸੀਗਾ 20 ਜਨਵਰੀ 2007 ਨੂੰ, ਜਦ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਸੀਗੀ, ਉਹਨਾਂ ਦੇ ਵੇਲੇ ਹੀ BOOT ਤੋਂ BOO ਹੋ ਚੁੱਕਿਆ। ਨੰਬਰ 1। ਨੰਬਰ 2, ਉਹਨਾਂ ਨੇ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਇਹ ਗੱਲ BOT ਤੋਂ BOO ਦੀ ਗੱਲ ਕੀਤੀ ਸੀਗੀ। ਇਹਦੇ ਬਾਰੇ ਬੜਾ ਸਪਸ਼ਟ ਹੈ, ਮੈਂ ਚੈਲੰਜ ਕਰਕੇ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਇਹਦੇ ਭਾਗੀਦਾਰ ਹੋ ਜਿਹੜੇ ਉਹ ਤੁਸੀਂ ਖੁਦ ਆਪ ਹੋ। ਔਰ ਉਸ ਤੋਂ ਬਾਅਦ ਜਦੋਂ ਇਹ ਕੈਬਨਿਟ ਦੇ ਵਿੱਚ ਆਇਆ, ਉਹ ਆਇਆ 10/10/2007 ਨੂੰ, ਜਦ ਕਿ ਅਕਾਲੀ ਭਾਜਪਾ ਸਰਕਾਰ ਬਣ ਚੁੱਕੀ ਸੀਗੀ, ਔਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਖੁਦ ਆਪ ਉਸ ਕੈਬਨਿਟ ਦੇ ਵਿੱਚ ਖਜ਼ਾਨਾ ਮੰਤਰੀ ਸੀਗੇ, ਤੇ ਇਹਨਾਂ ਦੇ ਤਾਇਆ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ। ਤੇ ਉਸ ਸਮੇਂ ਇਹ ਕਹਿ ਕੇ ਕਿ ਸ਼ਾਇਦ ਗਲਤੀ ਦੇ ਨਾਲ BOOT ਤੋਂ BOO ਪੈ ਗਿਆ, ਜਿਹੜਾ ਕਿ ਸਰਾਸਰ ਝੂਠ ਹੈ, ਜਿਹੜਾ ਕਿ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਕਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਉਸ ਤੋਂ ਬਾਅਦ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਤੇ ਦੋਨਾਂ ਦੇ ਵਿੱਚ ਜਿਹੜਾ ਕਾਮਨ ਲਿੰਕ ਉਹ ਸਾਹਿਬ ਮਨਪ੍ਰੀਤ ਸਿੰਘ ਬਾਦਲ ਰਹੇ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਇਹ ਜਿਹੜੀ ਜ਼ਮੀਨ ਹੈ, ਇਹ ਜ਼ਮੀਨ 2200 ਏਕੜ ਹੈ, ਜਿਹੜੀ 2250 ਏਕੜ, ਇਹ ਵੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਖਰੀਦ ਕੇ ਦੇਣੀ ਸੀਗੀ ਤੇ ਦਿੱਤੀ ਵੀ ਹੈ। ਇਸ ਤੋਂ ਅੱਗੇ ਚੱਲਦੇ ਆ। ਉਹਨਾਂ ਨੇ ਗੱਲ ਕੀਤੀ ਕਿ ਕਿਸ, ਮੈਂ ਪੁਆਇੰਟ ਵਾਈਜ਼ ਤੁਹਾਨੂੰ, ਔਰ ਜਿਹੜੀ ਗੱਲ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹੁਣ ਤੱਕ ਤਾਂ ਇਹ ਮੰਨਦੇ ਨਹੀਂ ਸੀਗੇ, ਇਹਦੇ ਵਿੱਚ ਘੱਟੋ ਘੱਟ ਇੱਕ ਗੱਲ ਤਾਂ ਸੱਚ ਮੰਨ ਗਏ ਸਾਹਿਬ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਕਿ ਸੈਂਟਰਲ ਸੈਕਟਰ ਨੂੰ 1482 ਕਰੋੜ, ਔਰ ਇਹਨਾਂ ਤਿੰਨੇ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਨੇ NPL, TSPL ਔਰ GVK, ਉਹਨਾਂ ਨੂੰ 3620 ਕਰੋੜ ਹੈ ਜਿਹੜਾ ਇਹ ਫਿਕਸ ਚਾਰजेस ਦੇ ਰੂਪ ਦੇ ਵਿੱਚ ਮਹਿਜ਼ ਇਹਨਾਂ 4 ਸਾਲਾਂ ਦੇ ਵਿੱਚ, ਸਿਰਫ ਇਹਨਾਂ 4 ਸਾਲਾਂ ਦੇ ਵਿੱਚ, ਯਾਨੀ ਕਿ ਤਕਰੀਬਨ 5000 ਕਰੋੜ ਪਲੱਸ ਹੈ ਜਿਹੜਾ ਉਹ ਥਰਮਲ ਪਾਵਰ ਪਲਾਂਟਾਂ ਨੂੰ ਫਿਕਸਡ ਕਾਸਟ ਦੇ ਵਿੱਚ ਇਹ ਦੇ ਚੁੱਕੇ ਨੇ 4 ਸਾਲਾਂ ਦੇ ਵਿੱਚ। ਸੋ ਇਹੀ ਤਾਂ ਅਸੀਂ ਕਹਿੰਦੇ ਆ ਰਹੇ ਹਾਂ, ਜਿਹੜਾ ਕਿ ਇੰਨਾ ਸ਼ੁਕਰ ਹੈ ਕਿ ਹੁਣ ਮੰਨੇ ਨੇ। ਔਰ ਇਸ ਤੋਂ ਅੱਗੇ ਉਹ ਗੱਲ ਕਰਦੇ ਨੇ, ਐਕਚੁਅਲੀ ਇਹਦੇ ਵਿੱਚ ਅੱਧੀ ਗੱਲ ਕਰਦੇ ਨੇ ਤੇ ਅੱਧੀ ਗੱਲ ਲੁਕਾਉਂਦੇ ਰਹੇ ਨੇ ਉਹ, ਇਸੇ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਇਹਦੇ 'ਚ ਇਹਨਾਂ ਨੇ ਗੱਲ ਕੀਤੀ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਕਿ ਜੀ ਕੋਈ ਸੇਫਗਾਰਡ ਸੀ ਜਿਹੜਾ, ਜਦੋਂ ਪੂਰਾ ਸਾਲ ਬਿਜਲੀ ਲੈਣ ਦਾ ਐਗਰੀਮੈਂਟ ਹੈ ਜਿਹੜਾ ਉਹ ਕਰ ਲਿਆ ਗਿਆ ਸਰਕਾਰ ਵੱਲੋਂ, ਤੇ ਕੋਈ ਸੇਫਗਾਰਡ ਨਹੀਂ ਰੱਖਿਆ ਵੀ ਜਦੋਂ ਨੌਨ ਪੀਕ ਆਵਰਸ ਨੇ। ਅੱਜ ਪੰਜਾਬ ਦੀ ਪਾਵਰ ਸੈਕਟਰ ਦੀ ਪੋਜੀਸ਼ਨ ਇਹ ਹੈ ਕਿ ਜਦੋਂ ਗਰਮੀਆਂ ਨੇ ਔਰ ਝੋਨੇ ਦੀ ਬਿਜਾਈ ਹੋਣੀ ਹੈ, ਉਦੋਂ ਤਕਰੀਬਨ 14000 ਮੈਗਾਵਾਟ ਚਾਹੀਦਾ ਹੈ, ਤੇ ਜਦੋਂ ਸਰਦੀਆਂ ਨੇ ਦਿਨੇ 6000 ਮੈਗਾਵਾਟ, ਰਾਤ ਨੂੰ 3000 ਮੈਗਾਵਾਟ ਚਾਹੀਦਾ। ਤੇ ਇਹਨਾਂ ਨੇ ਐਗਰੀਮੈਂਟ ਇਹ ਕਰ ਲਏ ਕਿ ਸਾਰੇ ਦਾ ਸਾਰਾ ਸਾਲ ਸਾਰੀ ਦੀ ਸਾਰੀ ਬਿਜਲੀ ਇਹਨਾਂ ਵੱਲੋਂ ਬਣਾਈ ਹੋਈ ਉਹ ਪੰਜਾਬ ਸਰਕਾਰ ਖਰੀਦੇਗੀ। ਇਹਨਾਂ ਨੇ ਇਹ ਤਾਂ ਦੱਸ ਦਿੱਤਾ, ਅਸੀਂ ਵੀ ਦੱਸਦੇ ਰਹੇ ਹਾਂ ਇਹ, ਪਰ ਇਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਕਿ ਪਿਛਲੇ 5 ਸਾਲਾਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਜਿਹਾ ਕੋਈ ਇੱਕ ਸਟੈਪ ਵੀ ਚੱਕਿਆ ਕਿ ਗੁਜਰਾਤ ਦੇ ਥਰਮਲ ਪਾਵਰ ਪਲਾਂਟਾਂ ਦੀ ਪਾਲਿਸੀ ਦੀ ਤਰ੍ਹਾਂ ਸੈਕਸ਼ਨ 9 ਐਂਡ ਸੈਕਸ਼ਨ 11 ਕੀ ਇਹਨਾਂ ਨੇ ਪੰਜਾਬ ਦੇ ਇਹਨਾਂ ਥਰਮਲ ਪਲਾਂਟਾਂ ਦੇ ਨਾਲ ਕੋਈ ਗੱਲਬਾਤ ਕੀਤੀ, ਕੋਈ ਡਿਸਕਸ਼ਨ ਇਨੀਸ਼ੀਏਟ ਕੀਤੀ ਕਿ ਸੈਕਸ਼ਨ 9 ਔਰ 11 ਗੁਜਰਾਤ ਪਾਲਿਸੀ ਦਾ ਉਹ ਇੰਪਲੀਮੈਂਟ ਕਰ ਸਕਣ। ਗੁਜਰਾਤ ਦਾ ਸੈਕਸ਼ਨ 9 ਕਹਿੰਦਾ ਹੈ ਕਿ ਜੇ ਸਟੇਟ ਗਵਰਨਮੈਂਟ ਲਿਖ ਕੇ ਦੇ ਦੇ 3 ਮਹੀਨੇ ਪਹਿਲਾਂ ਕਿ ਜੀ ਸਾਨੂੰ ਆਹ ਮਹੀਨਿਆਂ ਦੇ ਵਿੱਚ ਸਾਨੂੰ ਤੁਹਾਡੀ ਬਿਜਲੀ ਦੀ ਲੋੜ ਨਹੀਂ ਹੈਗੀ, ਤੇ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਬਿਜਲੀ ਹੈ ਜਿਹੜੀ ਉਹ ਆਪਦੀ ਬਾਹਰ ਕਿਤੇ ਵੀ ਵੇਚ ਸਕਦੇ ਨੇ, ਸਟੇਟ ਫਿਕਸ ਚਾਰजेस ਤੋਂ ਫਿਕਸਡ ਕਾਸਟ ਤੋਂ ਬਚ ਸਕਦਾ ਹੈ। ਮਹਿਜ਼ 4 ਤੋਂ 5 ਮਹੀਨੇ ਜਿਹੜਾ ਉਹ ਪੰਜਾਬ ਨੂੰ 14000 ਮੈਗਾਵਾਟ ਚਾਹੀਦਾ, ਇਸ ਤੋਂ ਇਲਾਵਾ ਚਾਹੀਦੇ ਨਹੀਂ ਹੈਗੇ। ਜੇ ਲਿਖ ਕੇ ਦੇ ਦਿੱਤਾ ਜਾਂਦਾ ਤਾਂ ਇਹ ਇਸ ਤੋਂ ਬਚਿਆ ਜਾ ਸਕਦਾ ਸੀਗਾ। ਸੈਕਸ਼ਨ 11 ਉਸ ਪਾਲਿਸੀ ਦਾ ਕੀ ਕਹਿੰਦਾ ਕਿ 20% ਹੈ ਜਿਹੜਾ ਉਹ ਸਿਰਫ ਵੇਰੀਏਬਲ ਕਾਸਟ ਦੇ ਉੱਪਰ, ਯਾਨੀ ਕਿ ਜਿੰਨੀ ਕੋਲੇ ਦੀ ਕਾਸਟ ਹੈ ਉਹਦੇ ਉੱਪਰ ਬਿਜਲੀ ਮਿਲੂਗੀ, ਟੋਟਲ ਪ੍ਰੋਡਕਸ਼ਨ ਦਾ 20% ਹੈ ਜਿਹੜੇ ਫਿਕਸ ਚਾਰजेस ਨੇ ਉਸ ਤੋਂ ਬਚਿਆ ਜਾ ਸਕਦਾ ਸੀਗਾ। ਪਰ ਇਹਨਾਂ ਮੋਦੀ ਵਾਲੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਸੈਕਸ਼ਨਸ ਨੂੰ ਇਨਕਲੂਡ ਕਰਨ ਦੇ ਲਈ ਇਹਨਾਂ ਥਰਮਲ ਪਾਵਰ ਪਲਾਂਟਾਂ ਦੇ ਨਾਲ ਇੱਕ ਵੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਹੈਗੀ। ਇਹ ਵਿੱਚ ਪੁਆਇੰਟ 9 ਦੇ ਉੱਪਰ ਸਭ ਮਨਪ੍ਰੀਤ ਸਿੰਘ ਬਾਦਲ ਇਹ ਤਾਂ ਲਿਖਦੇ ਨੇ ਕਿ ਲਿਕੁਇਡੇਟਡ ਚਾਰजेस ਨੇ, ਜਿਹੜੇ ਲਿਕੁਇਡੇਟਡ ਡੈਮੇजेस ਹੁੰਦੇ ਨੇ
ਕਿ 3 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਲੱਗਣਾ ਸੀਗਾ, ਉਹ ਲੱਗਿਆ 5 ਮਹੀਨੇ ਦੇ ਵਿੱਚ। ਜਿਹੜੀ 2 ਮਹੀਨੇ ਦੀ ਦੇਰੀ ਹੋਈ ਉਹਦੇ ਡੈਮੇजेस ਉਸ ਕੰਪਨੀ ਨੇ ਕੰਟਰੈਕਟ ਮੁਤਾਬਕ ਸਟੇਟ ਨੂੰ ਦੇਣੇ ਹੁੰਦੇ ਨੇ। ਇਹ ਨਹੀਂ ਦੱਸਿਆ ਹੈਗਾ ਕਿ ਉਹ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਦੋਨੋਂ ਪ੍ਰਾਈਵੇਟ ਥਰਮਲ ਪਲਾਂਟਾਂ ਦਾ, ਤਲਵੰਡੀ ਔਰ ਰਾਜਪੁਰਾ ਦਾ, ਪੰਜਾਬ ਸਰਕਾਰ ਉਹਨਾਂ ਤੋਂ 1000 ਕਰੋੜ ਰੁਪਇਆ ਹਜੇ ਤੱਕ 1 ਰੁਪਇਆ ਵੀ ਉਹਨਾਂ ਤੋਂ ਰਿਕਵਰ ਨਹੀਂ ਕਰ ਸਕੀ ਹੈਗੀ। ਬੜੀ ਬੁਰੀ ਤਰ੍ਹਾਂ ਫੇਲ ਹੋਈ ਹੈ ਤੇ ਇਹਨਾਂ ਨੇ ਕੋਈ ਫੋਲੋਅਪ ਹੈ ਜਿਹੜਾ ਉਹਦੇ ਨਾਲ ਕੀਤਾ ਹੀ ਨਹੀਂ ਹੈਗਾ। ਇਸ ਤੋਂ ਇਲਾਵਾ ਇਸ ਝੂਠ ਦੇ ਪਲੰਦੇ ਦੇ ਵਿੱਚ ਜਾਂ ਉਹ ਕਹਿੰਦੇ ਆਦੀ ਹਕੀਕਤ ਆਦਾ ਫਸਾਨਾ, ਇਹ ਉਹ ਕੰਮ ਹੈ ਜਿਹੜਾ ਉਹਨਾਂ ਨੇ ਕਰਤਾ ਇਹ ਸਰਕਾਰ ਨੇ। ਇਹਦੇ ਵਿੱਚ ਉਹ ਨਾਲ ਇਹ ਵੀ ਮੰਨਦੇ ਨੇ ਕਿ FGD ਦੀ ਇੰਸਟਾਲੇਸ਼ਨ, FGD ਹੁੰਦਾ ਫਿਊਲ ਗੈਸ ਡੀਸਲਫਰਾਈਜੇਸ਼ਨ ਯੂਨਿਟ। ਉਹ ਹੁੰਦਾ ਕਿ ਜਿੱਥੇ ਪੋਲਿਊਸ਼ਨ ਹੁੰਦੀ ਹੈ ਜਿਹੜੀ ਥਰਮਲ ਪਲਾਂਟਾਂ ਦੇ ਨਾਲ, ਉਹਦੇ 'ਚ FGD ਯੂਨਿਟ ਲੱਗਦੇ ਨੇ। ਤਕਰੀਬਨ ਇਹ 7600 ਕਰੋੜ ਰੁਪਏ ਦਾ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੈ ਜਾਣਾ, ਕਿਉਂਕਿ ਇਹਨਾਂ ਨੇ ਐਗਰੀਮੈਂਟ ਜਿਹੜੇ ਉਹ ਗਲਤ ਹੋਏ ਨੇ। ਇਸੇ ਤਰੀਕੇ ਦੇ ਨਾਲ ਉਹ ਇਹ ਤਾਂ ਲਿਖਦੇ ਨੇ ਕਿ 3400 ਕਰੋੜ ਰੁਪਏ ਜਿਹੜਾ ਉਹ ਦੇਣਾ ਪੈ ਗਿਆ PSPCL ਨੂੰ, ਪੰਜਾਬ ਦੇ ਲੋਕਾਂ ਨੂੰ, ਕੋਲ ਵਾਸ਼ਿੰਗ ਔਰ ਟਰਾਂਸਪੋਰਟੇਸ਼ਨ ਦੇ ਚਾਰजेस ਦੇ ਰੂਪ ਦੇ ਵਿੱਚ। ਪਰ ਹਜੇ ਤੱਕ ਇਹ ਦੱਸਣਾ ਭੁੱਲ ਗਏ ਕਿ ਹਜੇ ਤੱਕ ਪਿਛਲੇ 3.5 ਸਾਲਾਂ ਦੇ ਵਿੱਚ ਹਜੇ ਤੱਕ ਰਿਵੀਜ਼ਨ ਪਟੀਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਉਹ ਵੀ ਕਿਸੇ ਕੋਰਟ ਦੇ ਵਿੱਚ ਦਾਇਰ ਨਹੀਂ ਕੀਤੀ ਹੈਗੀ। ਇਹ ਫੇਲੀਅਰ ਨੇ ਜਿਹੜੇ ਕਿ ਇਸ ਮੌਜੂਦਾ ਸਰਕਾਰ ਨੇ, ਇਹ ਸਿਰਫ ਔਰ ਸਿਰਫ ਵਾਈਟ ਪੇਪਰਾਂ ਦੇ ਵਿੱਚ ਅੱਧਾ ਪਚੱਧਾ ਕਾਲਾ ਝੂਠ ਲਿਖ ਕੇ ਇਹ ਬਚ ਕੇ ਨਹੀਂ ਜਾ ਸਕਦੇ ਹੈਗੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ, ਤੁਸੀਂ ਉਸ ਦਿਨ ਸੁਣਿਆ ਹੋਵੇਗਾ, ਪਛਵਾੜਾ ਕੋਲ ਮਾਈਨ ਦੀ ਗੱਲ ਕੀਤੀ। ਪਛਵਾੜਾ ਕੋਲ ਮਾਈਨ ਉਹ ਕੋਲ ਮਾਈਨ ਹੈ ਜਿਹੜੀ ਕਿ ਵਨ ਆਫ ਦਾ ਬੈਸਟ ਕੋਲਾ ਹੈ, ਜਿਹਦਾ ਉਹ ਹੈਗਾ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਅਲਾਟ ਹੋਈ ਹੈ। ਉੱਥੋਂ ਕੋਲਾ ਮੰਗਾ ਨਹੀਂ ਰਹੇ ਹੈਗੇ, ਕੋਲਾ ਲੋਅਰ ਕੁਆਲਿਟੀ ਦਾ ਤੇ ਮਹਿੰਗੇ ਰੇਟਾਂ ਦੇ ਉੱਪਰ ਇਹ ਪ੍ਰਾਈਵੇਟ ਪਲੇਅਰਸ ਤੋਂ ਖਰੀਦਦੇ ਨੇ ਤੇ ਹਜੇ ਤੱਕ ਉਹ ਚਾਲੂ ਨਹੀਂ ਕੀਤੀ ਹੈਗੀ। ਆਪ 5 ਸਾਲਾਂ ਦੇ ਵਿੱਚ ਇੱਕ ਚਿੱਠੀ ਵੀ ਇਹਨਾਂ ਨੇ ਲਿਖੀ ਹੋਵੇ ਕਿ ਅਸੀਂ ਪਛਵਾੜਾ ਕੋਲ ਮਾਈਨ ਚਾਲੂ ਕਰਨੀ ਹੈ ਤੇ ਉਹ ਇਹ ਨਸ਼ਰ ਕਰ ਸਕਦੇ ਨੇ, ਉਹ ਇਹ ਪਬਲਿਕ ਦੇ ਵਿੱਚ ਰੱਖਦੇ ਨੇ। 700 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਹਰ ਸਾਲ ਪੰਜਾਬ ਦਾ ਹੋ ਰਿਹਾ ਹੈ, ਪੰਜਾਬ ਦੇ ਲੋਕਾਂ ਦੇ ਸਿਰ ਪੈ ਰਿਹਾ ਹੈ, ਕਿਉਂਕਿ ਪਛਵਾੜਾ ਕੋਲ ਮਾਈਨ ਇਹਨਾਂ ਨੇ ਚਾਲੂ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ। ਔਰ ਨਾਲ ਹੀ ਇਹ ਦੱਸਣਾ ਵੀ ਉਹ ਭੁੱਲ ਗਏ, ਜਿਹੜਾ ਕਿ ਮੈਂ ਇਸ ਵਾਈਟ ਪੇਪਰ ਦੇ ਵਿੱਚ ਦਰਜ ਕੀਤਾ ਕਿ ਪਛਵਾੜਾ ਕੋਲ ਮਾਈਨ ਨਾਲ ਚਾਲੂ ਹੋਣ ਦਾ ਡਬਲ ਨੁਕਸਾਨ ਹੈ ਜਿਹੜਾ ਹੋ ਰਿਹਾ ਹੈ। ਇੱਕ 700 ਕਰੋੜ ਰੁਪਇਆ ਮਹਿੰਗਾ ਕੋਲਾ ਖਰੀਦਿਆ ਜਾ ਰਿਹਾ ਹੈ, ਹਲਕੀ ਕੁਆਲਿਟੀ ਦਾ ਖਰੀਦਿਆ ਜਾ ਰਿਹਾ ਹੈ ਹਰ ਸਾਲ। ਔਰ ਐਮਟਾ ਕੰਪਨੀ ਜਿਹਨੂੰ ਅਲਾਟ ਹੋਇਆ ਸੀਗਾ ਉਹਨੇ 1652 ਕਰੋੜ ਦਾ ਕੋਰਟ ਦੇ ਵਿੱਚ ਕੇਸ ਕਰ ਰੱਖਿਆ ਇਹਨਾਂ ਤੋਂ ਰਿਕਵਰ ਕਰਨ ਦਾ। ਉਹ ਕਦੋਂ ਉਹ 1652 ਕਰੋੜ ਰੁਪਏ ਦੀ ਤਲਵਾਰ ਹੈ ਜਿਹੜੀ ਉਹ ਕਦੋਂ ਪੰਜਾਬ ਦੇ ਲੋਕਾਂ ਦੀ ਗਰਦਨ ਵੱਢਦੇ, ਇਹਦੇ ਬਾਰੇ ਮਨਪ੍ਰੀਤ ਬਾਦਲ ਜੀ ਔਰ ਚੰਨੀ ਸਾਹਿਬ ਦੀ ਸਰਕਾਰ ਉਹ ਚੁੱਪੀ ਉਤਾਰ ਚੁੱਕੀ ਹੈ। ਇਸੇ ਤਰੀਕੇ ਦੇ ਨਾਲ ਇਹ ਆਪਣੀਆਂ ਸਾਰੀਆਂ ਗੱਲਾਂ ਤਾਂ ਇਹਨਾਂ ਨੇ ਕੀਤੀਆਂ, ਪਰ ਉਹ ਜਿਵੇਂ ਕਹਿੰਦੇ ਨਾ ਵੀ ਇੱਕ ਵਰਡ ਹੈ ਕਿ ਜਿਹੜੀ ਪਾਰਸ਼ਲ ਮੈਮਰੀ ਲਾਸ ਹੈ ਜਿਹੜਾ, ਜਿਵੇਂ ਗਜਨੀ ਫਿਲਮ ਦੇਖੀ ਸੀ ਆਪਾਂ, ਉਹ ਤਰੀਕੇ ਨਾਲ ਮੈਨੂੰ ਇਹ ਸਰਕਾਰ ਦੀ ਹੋਈ ਲੱਗਦੀ ਹੈ। ਇਹਨਾਂ ਨੇ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਬਠਿੰਡਾ ਥਰਮਲ ਪਾਵਰ ਪਲਾਂਟ ਜਿਹੜਾ ਉਹ ਚੱਲਦਾ ਰੱਖਾਂਗੇ, ਕਾਂਗਰਸ ਦਾ ਵਾਅਦਾ ਸੀਗਾ। ਸਰਕਾਰ ਆਈ ਔਰ ਉਹ ਬਠਿੰਡਾ ਪਾਵਰ ਥਰਮਲ ਪਲਾਂਟ ਜਿਹਦੇ ਕੇ ਉੱਪਰ 737 ਕਰੋੜ ਰੁਪਇਆ ਲੋਕਾਂ ਦਾ ਖਰਚ ਕਰਕੇ ਵਰਲਡ ਕਲਾਸ ਉਹ ਤਿਆਰ ਹੋ ਚੁੱਕਿਆ ਸੀਗਾ। ਸਰਟੀਫਿਕੇਸ਼ਨ ਉਹਨੂੰ ਮਿਲੀ ਸੀਗੀ ਸੈਂਟਰ ਤੋਂ ਕਿ ਇਹਦੀ ਜਿਹੜੀ ਇਹਦੀ ਰੈਨੋਵੇਸ਼ਨ ਹੈ ਔਰ ਅਪਗ੍ਰੇਡੇਸ਼ਨ ਹੈ ਉਹ ਬੇਮਿਸਾਲ ਹੋਈ ਹੈ। ਉਹ ਬੰਦ ਕਰ ਦਿੱਤਾ, ਰੋਪੜ ਦੇ 2 ਯੂਨਿਟ ਬੰਦ ਕਰ ਦਿੱਤੇ ਜਿਹੜੇ ਕਿ 2030-31 ਤੱਕ ਚੱਲ ਸਕਦੇ ਸੀਗੇ। ਉਹਦੇ ਬਾਰੇ ਇਹਨਾਂ ਨੇ ਇਸ ਸੋ ਕਾਲਡ ਵਾਈਟ ਪੇਪਰ ਦੇ ਵਿੱਚ ਗੱਲ ਹੀ ਨਹੀਂ ਕੀਤੀ, ਕਿਉਂਕਿ ਉਹ ਆਪਦੀ ਸਰਕਾਰ ਦੀ ਇਹਨਾਂ ਦੀ ਨਲਾਇਕੀ ਔਰ ਨਾਕਾਮੀ ਹੈ, ਇਸ ਕਰਕੇ ਉਹਨਾਂ ਨੇ ਇਹਦੇ ਬਾਰੇ ਗੱਲ ਹੀ ਨਹੀਂ ਕੀਤੀ ਹੈਗੀ। ਔਰ ਸਭ ਤੋਂ ਮੋਸਟ ਇੰਪੋਰਟੈਂਟ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਰੇਟਸ ਨੇ ਉਸ ਸਮੇਂ ਉਹਨਾਂ ਨੇ ਗੱਲ ਕੀਤੀ ਜਦੋਂ ਅਸੀਂ ਕਿਹਾ ਕਿ ਜੀ ਤੁਸੀਂ ਖੁਦ ਆਪ ਉਸ ਸਮੇਂ ਸੀਗੇ, ਉਹ ਕਹਿੰਦੇ ਮੈਂ ਰਿਜ਼ਾਈਨ ਕੀਤਾ ਸੀਗਾ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚੋਂ, ਕਿਉਂਕਿ ਇਹਨਾਂ ਥਰਮਲ ਪਾਵਰ ਪਲਾਂਟ ਵਰਗੇ ਉਹ ਇਸ ਕਰਕੇ ਨਹੀਂ ਕੀਤਾ ਸੀਗਾ। ਮੈਂ ਯਾਦ ਕਰਾਉਣਾ ਚਾਹੂੰਗਾ ਤੁਹਾਨੂੰ ਔਰ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਜਦੋਂ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ, ਸਾਹਿਬ ਮਨਪ੍ਰੀਤ ਸਿੰਘ ਜੀ ਬਾਦਲ ਖੁਦ ਆਪ ਖਜ਼ਾਨਾ ਮੰਤਰੀ ਸੀਗੇ। 2007 ਤੋਂ ਲੈ ਕੇ 2010 ਤੱਕ ਉਹ ਖਜ਼ਾਨਾ ਮੰਤਰੀ ਰਹੇ ਤੇ ਜਿਹੜੇ ਇਹ BOOT ਤੋਂ ਯਾਨੀ ਬਿਲਡ ਓਨ ਆਪਰੇਟ ਟਰਾਂਸਫਰ ਤੋਂ BOO ਹੋਏ,
ਉਹ ਉਸੇ ਸਮੇਂ ਹੋਏ ਜਦ ਉਹ ਕੈਬਨਿਟ ਮੰਤਰੀ ਖੁਦ ਆਪ ਸੀਗੇ, ਉਹਦੇ ਵਿੱਚ ਉਹਨਾਂ ਨੇ ਖੁਦ ਆਪ ਅਪਰੂਵਲ ਦਿੱਤੀ। ਔਰ ਉਸ ਤੋਂ ਵੀ ਇੰਪੋਰਟੈਂਟ, ਉਹਨਾਂ 3 ਸਾਲਾਂ ਦੇ ਵਿੱਚ 5 ਐਗਰੀਮੈਂਟ ਨੇ ਜਿਹੜੇ ਪੰਜਾਬ ਨੇ ਕੀਤੇ ਥਰਮਲ ਪਾਵਰ ਪਲਾਂਟਾਂ ਦੀ ਪਰਚੇਜ਼ ਦੇ। ਇੱਕ ਕੀਤਾ 22/4/2007 ਨੂੰ ਮੁੰਦਰਾ ਹੈਗਾ ਰਿਲਾਇੰਸ ਦਾ, ਉਹ ਕੀਤਾ ਪਰ ਮੁੰਦਰਾ ਹੈਗਾ ਟਾਟਾ ਦਾ, ਉਹ ਕੀਤਾ 90 ਪੈਸੇ ਪਰ ਯੂਨਿਟ ਪਰਚੇਜ਼, ਜਿਹੜਾ ਪਰ ਯੂਨਿਟ ਕਰਨਾ ਸੀਗਾ। 7/8/2007 ਨੂੰ ਕੀਤਾ ਸਾਸਨ ਰਿਲਾਇੰਸ ਮਹਿਜ਼ 17 ਪੈਸੇ ਪਰ ਯੂਨਿਟ। ਤੇ ਪੰਜਾਬ ਦੇ ਜਿਹੜੇ 3 ਉਦੋਂ ਦੀ ਮੋਤੀ ਵਾਲੀ ਸਰਕਾਰ ਨੇ ਕੀਤੇ, ਉਹ 2008, 9 ਔਰ 10 ਦੇ ਵਿੱਚ ਕੀਤੇ ਗਏ। TSPL, GVK ਔਰ NPL ਇਹ ਕੀਤੇ ਗਏ 1 ਰੁਪਏ 18 ਪੈਸੇ ਤੋਂ ਲੈ ਕੇ 2 ਰੁਪਏ 20 ਪੈਸੇ। ਸਵਾਲ ਇਹ ਖੜਾ ਹੁੰਦਾ ਹੈ ਕਿ ਤੁਸੀਂ ਕੈਬਨਿਟ ਦੇ ਵਜ਼ੀਰ ਸੀਗੇ, ਤੁਹਾਡੇ ਤਾਇਆ ਜੀ ਮੰਤਰੀ ਸੀਗੇ, ਅੱਜ ਫਿਰ ਤੁਸੀਂ ਉਸੇ ਕੈਬਨਿਟ ਦਾ ਹਿੱਸਾ ਹੋ, ਚਾਹੇ ਕਾਂਗਰਸ ਪਾਰਟੀ ਦੀ ਕੈਬਨਿਟ ਦਾ ਹਿੱਸਾ ਹੋ, ਤੇ ਰੋਣਾ ਆਪਾਂ ਰੋਂਦੇ ਹਾਂ, ਤਕਲੀਫ ਆਪਾਂ ਜ਼ਾਹਰ ਕਰਦੇ ਹਾਂ ਕਿ ਜੀ ਪੰਜਾਬ ਲੁੱਟ ਗਿਆ। ਪੰਜਾਬ ਨੂੰ ਲੁੱਟਣ ਦੇ ਵਿੱਚ ਜਿੰਨੀ ਅਕਾਲੀ ਦਲ ਦਾ ਰੋਲ ਰਿਹਾ, ਓਨਾ ਹੀ ਅੱਜ ਉਹਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਭਾਗੀਦਾਰ ਹੈ। ਔਰ ਹਜੇ ਵੀ ਮੇਰੇ ਅੱਜ ਤੁਸੀਂ ਇਹ ਸਮਾਂ, ਇਹ ਦਿਨ, ਇਹ ਟਾਈਮਿੰਗ ਔਰ ਇਹ ਰਿਕਾਰਡਿੰਗ ਨੇ ਜਿਹੜੀਆਂ, ਉਹ ਸੇਵ ਕਰਕੇ ਰੱਖ ਲਓ, ਬਚਾ ਕੇ ਰੱਖ ਲਓ। ਅੱਜ ਤੋਂ 3 ਮਹੀਨਿਆਂ ਬਾਅਦ ਜਦੋਂ ਸਰਕਾਰ ਬਦਲ ਜਾਣੀ ਹੈ, ਇਹ ਮਹਿਜ਼ ਸ਼ਗੂਫੇਬਾਜ਼ੀ ਹੈ, ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ, ਹੋਰ ਇਸ ਤੋਂ ਇਲਾਵਾ ਇਹ ਕੱਖ ਨਹੀਂ ਹੈਗਾ। ਜਿਹੜੀ ਚੀਜ਼ ਤੁਹਾਨੂੰ ਮੈਂ ਦਾਅਵੇ ਨਾਲ ਡੰਕੇ ਦੀ ਚੋਟ ਦੇ ਉੱਪਰ ਹਿੱਕ ਠੋਕ ਕੇ ਕਹਿ ਰਿਹਾ ਕਿ, ਔਰ ਇਸ ਕਰਕੇ ਤੁਹਾਨੂੰ ਇਹ ਰਿਜ਼ਰਵ ਕਰਨ ਨੂੰ ਕਹਿ ਰਿਹਾ, ਸੇਵ ਕਰਨ ਨੂੰ ਕਹਿ ਰਿਹਾ, ਕਿਉਂਕਿ ਇਕੱਲਾ ਸ਼ਗੂਫਾ ਇਹ ਹੋਊਗਾ। ਸਿਰਫ ਇਲੈਕਸ਼ਨਾਂ ਟਪਾਉਣੀਆਂ ਨੇ ਇਹਨਾਂ ਨੇ, ਹੋਰ ਕੱਖ ਨਹੀਂ ਕਰਨਾ ਹੈਗਾ। ਔਰ ਇਹਨਾਂ ਦੇ ਖੁਦ ਆਪਦੇ ਵਾਈਟ ਪੇਪਰ ਦੇ ਵਿੱਚ ਇਹ ਆਪ ਮੰਨ ਗਏ ਨੇ। ਇਹ ਕੀ ਲਿਖਦੇ ਨੇ ਕਿ ਰੈਗੂਲੇਟਰੀ PSCRC shall also determine the temporary tariff rate to be made applicable in the interregnum period till the tariff is finally redetermined by the PSCRC। ਰੇਟ PSCRC ਨੇ ਡਿਸਾਈਡ ਕਰਨੇ ਨੇ, ਨੈਗੋਸ਼ੀਏਟ ਜਿਹੜੇ ਕਰਨੇ ਨੇ ਉਹ ਉਹਨਾਂ ਨੇ ਕਰਨੇ ਨੇ, PSCRC ਨੇ ਕਰਨੇ ਨੇ। ਤੇ ਇਹ ਲੋਕਾਂ ਨੂੰ ਹੀ ਬੇਵਕੂਫ ਬਣਾਈ ਜਾਂਦੇ ਨੇ ਕਿ ਅਸੀਂ ਕਾਨੂੰਨ ਬਣਾਦਾ। ਕਾਨੂੰਨ ਬਣਾ ਕੇ ਕੱਲਾ ਕੰਮ ਨਹੀਂ ਚੱਲਣਾ ਹੈਗਾ, ਇਹਦੇ ਲਈ ਵਿਲ ਪਾਵਰ ਹੈ ਜਿਹੜੀ ਉਹ ਚਾਹੀਦੀ ਹੈ, ਜਿਹੜੀ ਕਿ ਇਹਨਾਂ ਦੇ ਵਿੱਚ ਹੈ ਨਹੀਂ ਗੀ। ਇਹ ਉਹੀ PSCRC ਹੈ ਕਿ ਜਦੋਂ ਕੋਵਿਡ ਦੇ ਦੌਰਾਨ ਰੈਗੂਲੇਟਰ ਕਹਿੰਦੇ ਆਪਾਂ ਜਿਹਨੂੰ ਪੰਜਾਬੀ ਦੇ ਵਿੱਚ, ਇਹ ਉਹੀ PSCRC ਹੈ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਇੰਡਸਟਰੀ ਨੂੰ 300 ਕਰੋੜ ਹੈ ਜਿਹੜਾ ਉਹ ਛੱਡ ਦਾਂਗੇ, ਤੇ ਮੁੜ ਕੇ ਪੰਜਾਬ ਸਰਕਾਰ ਨੇ ਜਿਹੜੀ ਕਿ ਖੁਦ ਆਪ ਬੈਂਕਰਪਟ ਹੋਈ ਪਈ ਹੈ, ਉਹ ਰੈਗੂਲੇਟਰ ਨੂੰ PSCRC ਨੂੰ ਦਿੱਤਾ ਨਹੀਂ ਹੈਗਾ, PSPCL ਨੂੰ ਦਿੱਤਾ ਨਹੀਂ ਹੈਗਾ। ਤੇ ਉਹੀ PSCRC ਨੇ ਜਿਹੜੇ ਇਹਨਾਂ ਨੇ ਰੇਟ ਕਢਾਏ ਸੀਗੇ ਔਰ ਛੱਡਿਆ ਸੀਗਾ ਪੰਜਾਬ ਸਰਕਾਰ ਨੇ, ਉਹ ਵਾਪਸ ਲੋਕਾਂ ਦੇ ਸਿਰ ਪੈ ਗਿਆ ਸੀਗਾ। ਸਿਰਫ ਮਹਿਜ਼ ਸ਼ਗੂਫੇਬਾਜ਼ੀ, ਸ਼ੋਸ਼ੇਬਾਜ਼ੀ ਔਰ ਝੂਠੀ ਬਿਆਨਬਾਜ਼ੀ ਉਹ ਉਦੋਂ ਸਿੱਧ ਹੋਈ ਸੀਗੀ, ਤੇ ਹੁਣ ਵੀ ਅੱਜ ਤੋਂ 3 ਮਹੀਨਿਆਂ ਬਾਅਦ ਮਾਰਕ ਮਾਈ ਵਰਡਸ ਇਹੀ ਕੁਝ ਹੋਣ ਜਾ ਰਿਹਾ ਜੋ ਪਿਛਲੇ ਸਮੇਂ ਦੇ ਵਿੱਚ ਹੁੰਦਾ ਹੈ। ਔਰ ਇਸ ਤੋਂ ਇਲਾਵਾ ਇੱਕ ਇਹਨਾਂ ਨੇ ਹੋਰ ਜਿਹੜੇ ਐਗਰੀਮੈਂਟਸ ਦੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਇਹ ਕਹਿੰਦੇ ਨੇ ਜੀ ਅਸੀਂ ਰੀਡਿਟਰਮਿਨ ਕਰਾਂਗੇ ਜਾਂ ਅਸੀਂ ਇਹਨਾਂ ਨੂੰ ਰੱਦ ਕਰਾਂਗੇ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ दामोदर वैली ਦੇ 4 ਪ੍ਰੋਜੈਕਟਾਂ ਨੂੰ ਟਰਮੀਨੇਸ਼ਨ ਆਰਡਰ ਹੈ ਜਿਹੜਾ ਉਹ ਦਿੱਤਾ ਸੀਗਾ, ਪੰਜਾਬ ਸਰਕਾਰ ਨੇ ਨੋਟਿਸ ਦਿੱਤਾ ਸੀਗਾ। ਤੇ ਉਹ दामोदर वैली ਐਪਟਲ ਦੇ ਵਿੱਚ ਜਿਹੜੀ ਕਿ ਹਾਈਐਸਟ ਬੋਡੀ ਹੈ ਬਿਜਲੀ ਰੈਗੂਲੇਸ਼ਨ ਦੀ, ਉਹ ਗਈ ਐਪਟਲ ਦੇ ਵਿੱਚ, ਇੱਕ ਸੈਮੀ ਜੁਡੀਸ਼ੀਅਲ ਕੁਆਸੀ ਜੁਡੀਸ਼ੀਅਲ ਬੋਡੀ ਆ ਉਹ। ਉਹਨਾਂ ਨੇ ਵਗਾ ਕੇ ਮਾਰਿਆ ਇਹਨਾਂ ਦਾ ਫੈਸਲਾ ਪੰਜਾਬ ਸਰਕਾਰ ਦੇ ਮੂੰਹ ਦੇ ਉੱਪਰ ਕਿ ਤੁਸੀਂ ਕੌਣ ਹੁੰਦੇ ਹੋ ਇਹ ਰੱਦ ਕਰਨ ਵਾਲੇ। ਜਿਹੜੇ ਹਾਇਰ ਪਾਵਰ ਟੈਰਿਫਸ ਨੇ, ਮਹਿੰਗੀ ਬਿਜਲੀ ਦੀਆਂ ਦਰਾਂ ਬੇਸਿਸ ਨਹੀਂ ਹੋ ਸਕਦਾ ਹੈਗਾ ਕਿਸੇ ਵੀ ਐਗਰੀਮੈਂਟ ਨੂੰ, ਕਿਸੇ ਵੀ ਸਮਝੌਤੇ ਨੂੰ ਰੱਦ ਕਰਨ ਦੇ ਲਈ। ਮੂੰਹ ਦੀ ਤਾਂ ਤੁਸੀਂ दामोदर वैली ਦੇ ਕੇਸ ਦੇ ਵਿੱਚ ਖਾਈ ਬੈਠੇ ਹੋ, ਤੇ ਹੁਣ ਤੁਸੀਂ ਆਹ ਵਾਈਟ ਪੇਪਰ ਲੈ ਕੇ ਆਉਣੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ, ਲੋਕਾਂ ਨੂੰ ਧੋਖਾ ਦੇਣ ਦੇ ਲਈ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 3 ਰੁਪਏ ਯੂਨਿਟ ਸਸਤੀ ਕੀਤੀ। ਅਸੀਂ ਵੀ ਤੁਹਾਡੇ ਧਿਆਨ ਦੇ ਵਿੱਚ ਹੋਵੇ, ਮੈਂ ਵੀ ਜਦੋਂ ਇਹ ਆਪਦਾ ਵਾਈਟ ਪੇਪਰ ਕਨਕਲੂਡ ਕੀਤਾ ਸੀਗਾ, ਉਹਦੇ ਵਿੱਚ ਇਹ ਚੀਜ਼ ਮੈਂ ਵੀ ਲਿਖੀ ਸੀਗੀ ਕਿ ਜੇ ਸਰਕਾਰ ਸਾਡੀਆਂ ਇਹ ਸਾਰੇ ਸੁਝਾਅ ਨੇ ਜਿਹੜੇ, ਮੈਂ ਇਹਦੇ 'ਚ ਇਕੱਲਾ ਇਹ ਨਹੀਂ ਕੀ ਗਲਤ ਹੋਇਆ, ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਕਿਵੇਂ ਇਹ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਇਹ ਦਰਜ ਕੀਤਾ ਸੀਗਾ। ਤੇ ਇਹ ਵੀ ਲਿਖਿਆ ਸੀਗਾ ਕਿ ਇਹ ਤੁਸੀਂ ਜੇ ਮੰਨ ਲਓ ਮੇਰੇ ਸੁਝਾਅ ਤੇ 3 ਤੋਂ 4 ਰੁਪਏ ਤੁਸੀਂ ਬਿਜਲੀ ਸਸਤੀ ਕਰ ਦਿੱਤੇ ਹੋ। ਇਹਨਾਂ ਨੇ ਮੋਤੀ ਵਾਲੀ ਸਰਕਾਰ ਨੇ ਸੋ ਕਾਲਡ 3 ਰੁਪਏ ਸਸਤੀ ਤਾਂ ਕਰਤੀ,
ਪਰ ਪੈਸਾ ਬਚਾਉਣਾ ਕਿੱਥੋਂ ਹੈ, ਪੈਸਾ ਕਿਵੇਂ ਬਚਾਇਆ ਜਾ ਸਕਦਾ ਉਹਦੇ ਬਾਰੇ ਕੋਈ ਧਿਆਨ ਨਹੀਂ ਹੈਗਾ। ਅਲਟੀਮੇਟਲੀ ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ, ਲੋਕਾਂ ਦੀ ਬਿਜਲੀ ਸਸਤੀ ਕਰਤੀ ਤੇ ਘੁੰਮ ਫਿਰ ਕੇ ਉਹ ਲੋਕਾਂ ਦੇ ਸਿਰ ਜਿਹੜੀ ਪੈ ਜਾਣੀ ਹੈ, ਕਿਉਂਕਿ ਦੀਵਾਲੀ ਹੈ ਜਿਹੜਾ ਉਹ PSPCL ਦਾ ਆਲਰੇਡੀ ਨਿਕਲ ਚੁੱਕਿਆ। 2010-11 ਦੇ ਵਿੱਚ 20,000 ਕਰੋੜ ਦਾ ਕਰਜ਼ਾ ਸੀਗਾ PSPCL ਦੇ ਉੱਪਰ, ਅੱਜ 36 ਕਰੋੜ ਦਾ ਕਰਜ਼ਾ ਜਿਹੜਾ ਉਹ ਹੋ ਚੁੱਕਿਆ। ਸੋ ਸਮੁੱਚੇ ਪੰਜਾਬ ਨੂੰ ਇਹ PSPCL ਦੀ ਤਰ੍ਹਾਂ ਇਹ ਬੈਂਕਰਪਟ, ਇਹ ਦਿਵਾਲੀਆ ਕਰ ਲੱਗੇ ਨੇ, ਕਿਉਂਕਿ ਆਪਦੀ ਸੋਚ ਦਾ, ਆਪਦੀ ਇੰਟੈਂਟ ਦਾ, ਆਪਦੀ ਕਲੀਅਰ ਵਿਲ ਪਾਵਰ ਦਾ ਦਿਵਾਲੀਆ ਜਿਹੜਾ ਉਹ ਕਾਂਗਰਸ ਪਾਰਟੀ ਦਾ ਵੀ ਨਿਕਲਿਆ, ਜਿਹਦੀ ਵਜ੍ਹਾ ਕਰਕੇ ਹੁਣ ਸਿਰਫ ਸ਼ਗੂਫੇਬਾਜ਼ੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਤੁਹਾਡਾ ਸਵਾਲ ਜੀ ਕਿਸੇ ਦਾ? ਅਮਨ ਸਰ, ਜਿੱਦਾਂ ਤੁਸੀਂ ਡਰਾਬੈਕਸ ਦੱਸੇ ਕਾਫੀ ਜ਼ਿਆਦਾ, ਹੁਣ ਰਣਨੀਤੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਆਮ ਆਦਮੀ ਪਾਰਟੀ ਦੀ? ਦੇਖੋ, ਰਣਨੀਤੀ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ। ਜੇ ਤੁਸੀਂ ਪਾਵਰ ਐਗਰੀਮੈਂਟਸ ਦੀ ਗੱਲ ਕਰਦੇ ਹੋ, ਯੂ ਗੋ ਥਰੂ ਮਾਈ ਵਾਈਟ ਪੇਪਰ, ਮੈਂ ਇਹਦੇ 'ਚ ਇਹ ਕਿਵੇਂ ਟਰਮੀਨੇਟ ਹੋ ਸਕਦੇ ਨੇ, ਕਿਵੇਂ ਰੀਡਿਟਰਮਿਨ ਹੋ ਸਕਦੇ ਨੇ, ਇੰਨਾ ਸੌਖਾ ਤਰੀਕਾ ਹੈ। ਮੈਂ ਉਸ ਦਿਨ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਸੀਗਾ ਕਿ ਜਿਹੜਾ ਟਾਟਾ ਮੁੰਦਰਾ ਪ੍ਰੋਜੈਕਟ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਗਿਆ। ਜਸਟਿਸ ਨਰਿਮਨ ਨੇ ਆਰਡਰ ਇਹ ਦੇ ਦਿੱਤਾ ਕਿ ਜੇ ਤੁਹਾਨੂੰ ਪੜਤਾ ਨਹੀਂ ਪੈਂਦਾ ਹੈਗਾ ਤਾਂ ਤੁਹਾਨੂੰ ਸਟੇਟਾਂ ਦੇ ਨਾਲ ਰੀਨੈਗੋਸ਼ੀਏਟ ਕਰਨ ਦਾ ਹੱਕ ਹੈਗਾ। ਉਹਨਾਂ ਨੇ ਰਾਹ ਖੋਲ੍ਹਤਾ ਤੇ ਉਸੇ ਆਰਡਰ ਦੇ ਬੇਸਿਸ ਦੇ ਉੱਪਰ ਟਾਟਾ ਨੇ ਪੰਜਾਬ ਸਰਕਾਰ ਨੂੰ 50 ਪੈਸੇ ਪਰ ਯੂਨਿਟ ਕਾਸਟ ਵਧਾ ਕੇ ਇਹਨਾਂ ਨੂੰ ਨੋਟਿਸ ਵੀ ਭੇਜ ਦਿੱਤਾ ਕਿ ਅਸੀਂ ਅੱਜ ਤੋਂ ਤੁਹਾਨੂੰ ਭਾਈ ਆਹ ਚਾਰਜ ਕਰਿਆ ਕਰਾਂਗੇ। ਜਿਹੜਾ ਇੱਕ ਰਾਹ ਸੁਪਰੀਮ ਕੋਰਟ ਨੇ ਖੋਲ੍ਹਤਾ, ਇੱਕ ਕੰਪਨੀ ਵਾਸਤੇ ਖੋਲ੍ਹਤਾ, ਉਹੀ ਰਾਹ ਇਹ ਕਿਉਂ ਨਹੀਂ ਅਡਾਪਟ ਕਰ ਸਕਦੇ ਹੈਗੇ? ਤੇ ਉਦੋਂ ਦੇ ਅੱਜ ਤਕਰੀਬਨ ਪੌਣੇ 2 ਸਾਲ ਹੋ ਗਏ, ਉਦੋਂ ਦੇ ਸੁੱਤੇ ਪਏ ਨੇ, ਕੱਖ ਨਹੀਂ ਕੀਤਾ ਹੈਗਾ ਇਹਨਾਂ ਨੇ। ਇਸੇ ਤਰੀਕੇ ਨਾਲ ਦੂਜਾ ਤਰੀਕਾ ਇਹਦਾ ਇਹ ਹੈ ਕਿ ਜਦੋਂ ਇਹ ਐਗਰੀਮੈਂਟ ਹੋਏ ਸੀਗੇ, PPAs ਹੋਏ ਸੀਗੇ, ਇਹਨਾਂ ਤਿੰਨਾਂ ਕੰਪਨੀਆਂ ਨੇ ਦੋ ਤਾਂ ਥਰੂ ਜਿਹੜੀ GVK ਔਰ NPL ਹੈ, ਜਿਹੜੀ TSPL ਤਲਵੰਡੀ ਸਾਬੋ ਔਰ NPL ਰਾਜਪੁਰ ਹੈ, ਇਹ ਤਾਂ ਹੋਏ ਸੀਗੇ ਥਰੂ ਪ੍ਰੋਪਰ ਇੰਟਰਨੈਸ਼ਨਲ ਟਰਾਂਸਪੇਰੈਂਟ ਬਿਡਿੰਗ ਦੇ ਥਰੂ। ਜਿਹੜੀ GVK ਹੈ ਉਹਦੀ ਤਾਂ ਬਿਡਿੰਗ ਵੀ ਕੋਈ ਨਹੀਂ ਹੋਏਗੀ, ਉਹ ਤਾਂ ਸਿੱਧੇ ਅਲਾਟ ਹੀ ਕਰਤਾ, ਔਰ ਹੈ ਵੀ ਸੁਪਰ ਕ੍ਰਿਟੀਕਲ ਨਹੀਂ, ਉਹ ਦੇਸੀ ਟੈਕਨੋਲੋਜੀ ਦਾ ਪ੍ਰੋਜੈਕਟ ਹੈ। ਉਹਦੇ ਵਿੱਚ ਜਦੋਂ ਉਹਦਾ ਤਰੀਕਾ ਇਹ ਹੈ ਕਿ ਜਦੋਂ ਇਹਨਾਂ ਨੇ ਪ੍ਰੋਜੈਕਟ ਰਿਪੋਰਟ, ਇਹਨਾਂ ਦੇ ਟੈਰਿਫ ਦੀ ਰੇਟ ਕਿੰਨਾ ਲੈਣਾ ਹੈ ਉਹ ਡਿਟਰਮਿਨ ਕਿਵੇਂ ਹੁੰਦਾ ਹੈ? ਉਹ ਡਿਟਰਮਿਨ ਇਸ ਤਰੀਕੇ ਨਾਲ ਹੁੰਦਾ ਕਿ ਜੀ ਮੇਰਾ ਆਹ ਕਾਸਟ ਆਈ ਹੈ ਤੇ ਮੈਨੂੰ ਇੰਨਾ ਜਿਹੜਾ ਉਹ ਤੁਹਾਡੇ ਕੋਲੋਂ ਪਰ ਯੂਨਿਟ ਜਿਹੜਾ ਉਹ ਰੇਟ ਚਾਹੀਦਾ ਤਾਂ ਮੇਰਾ ਪੜਤਾ ਪੈਂਦਾ ਹੈ। ਉਹ ਜਿਹੜੀਆਂ ਪ੍ਰੋਜੈਕਟ ਰਿਪੋਰਟਾਂ ਨੇ ਜਿਹੜੀਆਂ ਇਹਨਾਂ ਨੇ ਸਬਮਿਟ ਕੀਤੀਆਂ ਹੋਈਆਂ ਨੇ, ਉਦੋਂ ਕਾਲਾ ਮਾਲਾ ਹੋਇਆ। ਉਹ ਇਸ ਕਰਕੇ ਹੋਇਆ ਕਿਉਂਕਿ ਹਾਇਰ ਐਗਜ਼ੈਜਰੇਟਡ ਜਿਹੜੀਆਂ ਪ੍ਰੋਜੈਕਟ ਰਿਪੋਰਟਸ ਨੇ ਉਹ ਸਬਮਿਟ ਕੀਤੀਆਂ ਗਈਆਂ, ਸਟੇਟ ਗਵਰਨਮੈਂਟ ਨੇ ਉਹ ਐਕਸੈਪਟ ਕੀਤੀਆਂ, ਮਨਜ਼ੂਰ ਕੀਤੀਆਂ। ਤੁਸੀਂ ਅੱਜ ਉਹਨਾਂ ਪ੍ਰੋਜੈਕਟ ਰਿਪੋਰਟਾਂ ਦਾ ਇੰਟਰਨਲ ਆਡਿਟ ਹੈ ਜਿਹੜਾ ਉਹ ਕਰਵਾ ਲਓ ਤੇ ਆਪਣੇ ਆਪ ਰੇਟ ਵੀ ਡਾਊਨ ਹੋ ਜਾਣਗੇ ਤੇ ਉਹ ਕੰਪਨੀਆਂ ਨੇ ਜਿਹੜੀਆਂ ਉਹ ਆਪਣੇ ਆਪ ਤੁਹਾਡੇ ਹਿਸਾਬ 'ਚ ਆ ਜਾਣਗੀਆਂ ਕਿ ਤੁਸੀਂ ਭਾਈ ਸਾਨੂੰ ਟਰਮੀਨੇਟ ਨਾ ਕਰੋ, ਸਾਡੇ ਤੇ ਜਿਹੜੀਆਂ ਇਲੀਗਲ ਜਿਹੜੀ ਟ੍ਰਾਂਜੈਕਸ਼ਨਾਂ ਹੋਈਆਂ ਨੇ ਜਾਂ ਜਿਹੜੇ ਗਲਤ ਫੈਕਟਸ ਐਂਡ ਫਿਗਰਸ ਪੇਸ਼ ਕੀਤੇ ਨੇ ਉਹਦੇ ਸਾਨੂੰ ਕ੍ਰਿਮੀਨਲ ਪ੍ਰੋਸੀਡਿੰਗ 'ਚ ਨਾ ਲੈ ਕੇ ਜਾਓ, ਅਸੀਂ ਤੁਹਾਡੇ ਨਾਲ ਰੀਨੈਗੋਸ਼ੀਏਟ ਕਰਨ ਨੂੰ ਤਿਆਰ ਹਾਂ। ਇਹ ਗੱਲ ਅੱਜ ਸਾਨੂੰ ਕਹਿੰਦੇ ਨੂੰ ਤਕਰੀਬਨ 2.5 ਸਾਲ ਹੋ ਗਏ, ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਹੈਗੀ। ਸਿਰਫ ਔਰ ਸਿਰਫ ਆਹੀ ਦੋ ਤਰੀਕੇ ਨੇ ਜਿਨ੍ਹਾਂ ਦੇ ਨਾਲ ਸਾਰਾ ਰੀਡਿਟਰਮਿਨ ਹੋ ਸਕਦਾ। ਅਮਨ ਸਰ, ਜਿੱਦਾਂ ਦਿੱਲੀ ਹੁਣ ਨਵੀਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ, ਕੱਲ੍ਹ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕਲਸ ਨੇ ਜੌਬ ਵਾਸਤੇ ਪਬਲਿਕ ਤੇ ਪ੍ਰਾਈਵੇਟ ਸੈਕਟਰ ਜਿਨ੍ਹਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ, ਤੁਸੀਂ ਕਿਸ ਤਰ੍ਹਾਂ ਦੇ? ਦੇਖੋ, ਇਸ ਤਰ੍ਹਾਂ ਹੈ ਕਿ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਪੰਜਾਬ ਦੀ ਇਕਨੋਮੀ, ਪੰਜਾਬ ਦੀ ਐਗਰੀਕਲਚਰ, ਪੰਜਾਬ ਦਾ ਯੂਥ ਤੇ ਪੰਜਾਬ ਨੂੰ ਨਸ਼ਿਆਂ ਤੋਂ ਇੱਕੋ ਤਰੀਕੇ ਨਾਲ ਬਚਾਇਆ ਜਾ ਸਕਦਾ ਕਿ ਇੱਥੇ ਐਮਪਲੋਇਮੈਂਟ ਜਨਰੇਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਸੌਰੀ ਟੂ ਸੇ ਜਿਹੜਾ ਇਹ ਸਿਰਫ ਔਰ ਸਿਰਫ ਹੁਣ ਲੋਕਾਂ ਨੂੰ ਲੋਲੀਪੌਪ ਦੇਣ ਲੱਗੇ ਨੇ, ਦੈਟ ਇਜ਼ ਨਾਟ ਦ ਰਾਈਟ ਵੇ ਫਾਰਵਰਡ। ਉਹ ਤਰੀਕਾ ਸਹੀ ਨਹੀਂ ਹੈਗਾ। ਉਹ ਇਸ ਕਰਕੇ ਨਹੀਂ ਹੈਗਾ ਕਿ ਇੱਕ ਪਾਸੇ ਤਾਂ ਬੱਚਾ ਜਿਹੜਾ ਪੰਜਾਬ ਦਾ ਉਹ ਬਾਹਰ ਨੂੰ ਜਾ ਰਿਹਾ ਹੈ, ਤੁਸੀਂ ਇਹ ਕਰਨ ਦੀ ਬਜਾਏ ਕਿ ਇਹਨਾਂ ਵਾਸਤੇ ਰਿਜ਼ਰਵੇਸ਼ਨ ਹੋਊਗੀ, ਪੰਜਾਬੀਆਂ ਵਾਸਤੇ ਚਾਹੀਦਾ, ਉਹਨਾਂ ਨੂੰ ਨੌਕਰੀਆਂ ਦੇਣੀਆਂ ਬਣਦੀਆਂ ਨੇ, ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਹੈ ਕਿ ਪੰਜਾਬ ਨੇ ਉਹ ਮਾਹੌਲ ਸਿਰਜਿਆ ਅਜੇ ਤੱਕ? ਪੰਜਾਬ ਦਾ ਹਰ ਸਾਲ 30,000 ਸਟੂਡੈਂਟ ਹੈ ਜਿਹੜਾ 1.5 ਲੱਖ ਸਟੂਡੈਂਟ ਜਿਹੜਾ ਉਹ ਬਾਹਰ ਚਲਾ ਜਾਂਦਾ ਹੈ, 30,000 ਕਰੋੜ ਉਹਨਾਂ ਦੇ ਪਿੱਛੇ ਚਲਾ ਜਾਂਦਾ ਹੈ। ਇਹ ਜੋ ਕਰ ਰਹੇ ਨੇ, ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਆਹ ਕਿੰਨੇ ਦਿਨਾਂ ਦਾ ਮੀਡੀਆ ਦੇ ਵਿੱਚ ਵੀ ਅਸੀਂ ਲੋਕ ਚੱਕਦੇ ਆ ਰਹੇ ਹਾਂ, ਤੁਸੀਂ ਸਰਕਾਰੀ ਨੌਕਰੀਆਂ ਨੇ ਜਿਹੜੀਆਂ ਉਹ ਤਾਂ ਤੁਸੀਂ ਹਰਿਆਣੇ ਵਾਲਿਆਂ ਨੂੰ, ਰਾਜਸਥਾਨ ਵਾਲਿਆਂ ਨੂੰ, UP ਵਾਲਿਆਂ ਨੂੰ ਪੈਸੇ ਲੈ ਲੈ, ਚਾਹੇ ਪਿਛਲੀ ਸਰਕਾਰ ਸੀ ਤੇ ਚਾਹੇ ਆਹ ਸਰਕਾਰ ਹੈ, ਪੈਸੇ ਲੈ ਲੈ ਉਹਨਾਂ ਨੂੰ ਨੌਕਰੀਆਂ ਵੰਡ ਦਿੱਤੀਆਂ। ਤੇ ਹੁਣ ਤੁਸੀਂ ਇਹ ਜਿਹੜਾ ਪ੍ਰਾਈਵੇਟ ਸੈਕਟਰ ਦੇ ਉੱਪਰ ਵੀ ਤੁਸੀਂ ਇਹ ਲਾਗੂ ਕਰਨ ਜਾ ਰਹੇ ਹੋ
ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਸਰਕਾਰੀ ਨੌਕਰੀਆਂ ਤਾਂ ਹਜੇ ਤੱਕ 100% ਪੰਜਾਬੀਆਂ ਨੂੰ ਦੇ ਨਹੀਂ ਸਕੇ ਹੈਗੇ, ਪ੍ਰਾਈਵੇਟ ਨੌਕਰੀਆਂ ਕਿਵੇਂ ਦੋਗੇ ਜੀ? ਐਂਡ ਹਾਊ ਕੈਨ ਯੂ ਫੋਰਸ ਐਨੀਬਡੀ? ਨੰਬਰ 1। ਨੰਬਰ 2, ਮੈਂ ਜੇ ਇਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਅੱਜ ਪੰਜਾਬ ਦੇ ਵਿੱਚ ਜਿੰਨੇ IAS ਔਰ IPS ਆਫੀਸਰਸ ਨੇ, ਉਹਨਾਂ ਚੋਂ ਕਿੰਨੇ ਪੰਜਾਬ ਦੇ ਨੇ, ਕਿੰਨੇ ਬਾਹਰ ਦੇ ਨੇ? ਮੋਸਟਲੀ ਬਾਹਰ ਦੇ ਹੀ। ਤੇ ਫਿਰ ਦੈਨ ਵਾਟ? ਤੁਸੀਂ ਤੁਸੀਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਤਰੀਕੇ ਦਾ ਇਹ ਸਿਸਟਮ ਹੈ ਜਿਹੜਾ ਬਣਾਇਆ ਜਾ ਰਿਹਾ ਸਿਰਫ ਵੋਟਾਂ ਦੇ ਲਈ। ਪੰਜਾਬ ਦੇ ਵਿੱਚ ਅੱਜ ਤਕਰੀਬਨ 45 ਲੱਖ ਮਾਈਗ੍ਰੈਂਟ ਲੇਬਰ ਹੈ। ਆਹ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਜਦੋਂ ਕੋਵਿਡ ਹੋਇਆ ਉਦੋਂ ਪਹਿਲਾਂ ਤਾਂ ਕਿਉਂਕਿ ਸੋਨੀਆ ਗਾਂਧੀ ਜੀ ਨੇ ਉੱਥੇ ਕਹਿ ਦਿੱਤਾ ਸੀਗਾ, ਪਹਿਲਾਂ ਤਾਂ ਇਹ UP ਬਿਹਾਰ ਵਾਲਿਆਂ ਨੂੰ ਉੱਥੇ ਛੱਡ ਕੇ ਆਏ ਤੇ ਉਸ ਤੋਂ ਮਗਰ ਜਦੋਂ ਇੰਡਸਟਰੀ ਵੀ ਸਾਰੀ ਖੜ ਗਈ ਤੇ ਝੋਨੇ ਦੀ ਲਵਾਈ ਦਾ ਵੀ ਫਿਕਰ ਪੈ ਗਿਆ, ਉਸ ਤੋਂ ਮਗਰ ਉਹ ਸਰਕਾਰ ਲੈ ਕੇ ਆਉਂਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਾਨੂੰਨ ਬਣਾ ਕੇ ਸਟੇਟਾਂ ਪ੍ਰੋਗਰੈਸ ਨਹੀਂ ਕਰਦੀਆਂ ਹੁੰਦੀਆਂ, ਕਾਨੂੰਨ ਬਣਾ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀ ਨਹੀਂ ਮਿਲਦੀ ਹੁੰਦੀ ਹੈਗੀ। ਸਰਕਾਰ ਦਾ ਕੰਮ ਹੁੰਦਾ ਮਾਹੌਲ ਸਿਰਜਣਾ, ਮਾਹੌਲ ਇਹਨਾਂ ਨੇ ਸਿਰਜਿਆ ਨਹੀਂ ਹੈਗਾ। ਅੱਜ 45 ਲੱਖ ਦੇ ਵਿੱਚੋਂ ਤਕਰੀਬਨ 30 ਲੱਖ ਜਿਹੜਾ ਮਾਈਗ੍ਰੇਟਰੀ ਜਿਹੜਾ ਹੈਗਾ ਬੰਦਾ ਉਹ ਇੱਥੇ ਕੰਮ ਕਰਦਾ ਹੈ। ਇਨ ਕੇਸ ਦੇ ਗੋ ਬੈਕ, ਕੰਮ ਕਿਵੇਂ ਚੱਲੂਗਾ? ਸਕਿਲਡ ਲੇਬਰ ਇਹਨਾਂ ਨੇ ਤਿਆਰ ਨਹੀਂ ਕੀਤੀ ਹੈਗੀ। ਆਈਲੈਟਸ ਤਿਆਰ ਕਰਦੇ ਨੇ ਮੁੰਡੇ ਕੁੜੀਆਂ। ਸੁਖਬੀਰ ਬਾਦਲ ਜੀ ਆਪਦੇ ਮੈਨੀਫੈਸਟੋ ਦੇ ਵਿੱਚ ਕਹਿੰਦੇ ਨੇ ਕਿ ਜਿਹਨੇ ਆਈਲੈਟਸ ਕਰਨੀ ਹੈ ਮੈਂ 10 ਲੱਖ ਰੁਪਏ, ਜੇ ਮੇਰੀ ਸਰਕਾਰ ਬਣ ਗਈ ਮੈਂ 10 ਲੱਖ ਰੁਪਏ ਉਹਨੂੰ ਗਰੰਟੀ ਫ੍ਰੀ ਤੇ ਲੋਨ ਫ੍ਰੀ ਉਹਨੂੰ ਇੰਟਰਸਟ ਦਊਂਗਾ। ਇੱਥੋਂ ਦੇ ਬੱਚਿਆਂ ਨੂੰ ਬਾਹਰ ਭੇਜਣ ਲੱਗੇ ਹੋਏ ਨੇ ਇਹ, ਤੇ ਵਰਕਫੋਰਸ ਕਿੱਥੋਂ ਤਿਆਰ ਹੋਊਗੀ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਥਾਟ ਪ੍ਰੋਸੈਸ ਹੈ ਨਾ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਕੱਲਾ ਬੱਚਾ ਜੇ ਪੰਜਾਬ ਦੀ ਇਕਨੋਮੀ ਨੂੰ ਰਾਹ ਤੇ ਚੜਾਉਣਾ, ਜੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ, ਕੱਲੇ ਬੱਚੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ। ਪਰ ਪਹਿਲਾਂ ਤੁਸੀਂ ਉਹਨਾਂ ਨੂੰ ਤਿਆਰ ਤਾਂ ਕਰੋ। ਬਾਹਰ ਤਾਂ ਤੁਸੀਂ ਉਹਨਾਂ ਨੂੰ ਭੇਜਣ ਲੱਗੇ ਹੋਏ ਹੋ, ਸਕਿਲਡ ਮੈਨ ਪਾਵਰ ਤੁਹਾਡੇ ਕੋਲ ਹੈ ਕੋਈ ਨਹੀਂ ਗੀ। ਇਹ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ ਨੇ। ਜਦੋਂ ਤੱਕ ਇੱਥੇ ਮਾਹੌਲ ਐਂਟਰਪ੍ਰੀਨਿਓਰ ਕਿਉਂ ਨਹੀਂ ਬਣਾਇਆ ਜੀ? ਹਜੇ ਤੱਕ ਕਿਸ ਪੰਜਾਬ ਇੱਥੋਂ ਦੀ ਇੰਡਸਟਰੀ ਹੈ ਜਿਹੜੀ ਉਹਨੂੰ ਤਾਂ ਬਾਹਰ ਭਜਾਉਣ ਲੱਗੇ ਹੋਏ ਨੇ। ਕੱਲ੍ਹ ਨੂੰ ਕੋਈ ਹੋਰ ਸਟੇਟ ਕਹਿ ਦਿੰਦੀ ਹੈ ਕਿ ਅਸੀਂ ਇੱਥੇ MP ਕਹਿ ਦਿੰਦਾ ਹੈ, ਗੁਜਰਾਤ ਕਹਿ ਦਿੰਦਾ ਹੈ, ਦਿੱਲੀ ਤਾਂ ਸਾਰੇ ਮਾਈਗ੍ਰੈਂਟ ਬਾਹਰੋਂ ਆਏ ਨੇ, ਉੱਥੇ ਤਾਂ ਹੈ ਹੀ ਕੋਈ ਨਹੀਂਗਾ। ਇੱਥੋਂ ਬੱਚਾ ਕੈਨੇਡਾ ਜਾ ਰਿਹਾ ਹੈ, ਉੱਥੇ ਜਾ ਕੇ ਕੰਮ ਕਰ ਰਿਹਾ ਹੈ ਤੇ ਉਰੋਂ ਵਾਲਿਆਂ ਨੂੰ ਜੌਬ ਮਿਲ ਨਹੀਂ ਰਹੇਗੀ। ਸੋ ਮੈਂ ਸਮਝਦਾ ਕਿ ਇਹਦੇ ਉੱਪਰ ਹੋਲਿਸਟਿਕ ਅਪਰੋਚ ਹੈ ਜਿਹੜੀ ਉਹ ਬਣਾਉਣ ਦੀ ਲੋੜ ਹੈ। ਇਕੱਲਾ ਕਾਨੂੰਨ ਬਣਾ ਕੇ ਇਹਨਾਂ ਤੋਂ ਹਜੇ ਤੱਕ ਇਹ ਤਾਂ ਹੋਇਆ ਨਹੀਂ ਹੈਗਾ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਉਹਨਾਂ ਤੋਂ ਜਿੰਨੇ ਪ੍ਰਾਈਵੇਟ ਤਾਂ ਛੱਡੋ, ਸਰਕਾਰੀ ਪ੍ਰੋਜੈਕਟ ਨੇ, ਜਿੰਨਾ PWD ਦਾ ਕੰਮ ਹੈ, ਜਿੰਨਾ ਹੋਰ ਬਾਕੀ ਮਹਿਕਮਿਆਂ ਦਾ ਕੰਮ ਹੈ, ਅਸੀਂ ਇਹਨਾਂ ਨੂੰ ਇਹ ਪ੍ਰਪੋਜ਼ ਕੀਤਾ ਸੀਗਾ ਕਿ ਘੱਟੋ ਘੱਟ ਉਹਦੇ ਵਿੱਚ ਇੰਨਾ ਕੁ ਲਾਗੂ ਕਰ ਦਿਓ ਕਿ ਜਿਹੜੀ ਉਹਦੀ ਚਾਹੇ ਸਰੀਏ ਦੀ ਜਾਂ ਹੋਰ ਚੀਜ਼ਾਂ ਦੀ ਕੰਜ਼ੰਪਸ਼ਨ ਹੋਣੀ ਹੈ ਉਹ 100 ਨਾ ਸੀ, ਘੱਟੋ ਘੱਟ 90% ਪੰਜਾਬ ਦੀ ਇੰਡਸਟਰੀ ਦੀ ਹੋਵੇ। ਗੋਬਿੰਦਗੜ੍ਹ ਲੋਹੇ ਦੀ ਮੰਡੀ ਹੈ ਤੇ ਪੰਜਾਬ ਸਰਕਾਰ ਆਪਦੇ ਪ੍ਰੋਜੈਕਟਾਂ ਦੇ ਵਿੱਚੋਂ ਗੋਬਿੰਦਗੜ੍ਹ ਵਾਲਿਆਂ ਦਾ ਲੋਹਾ ਨਹੀਂ ਲੈਂਦੀ ਹੈਗੀ, ਉਹ ਲੈਂਦੀ ਹੈ ਸੇਲ ਦਾ, ਜਾਂ ਲੈਂਦੀ ਹੈ ਟਾਟਾ ਦਾ, ਜਾਂ ਲੈਂਦੀ ਹੈ ਵਾਈਜ਼ੈਗ ਦਾ, ਜਾਂ ਲੈਂਦੀ ਹੈ ਜਿੰਦਲ ਵਾਲਿਆਂ ਦਾ। ਸਾਰਾ ਬਾਹਰੋਂ ਆਉਂਦਾ ਹੈ ਤੇ ਹੱਬ ਹੈ ਜਿਹੜੀ ਉਹ ਮੰਡੀ ਗੋਬਿੰਦਗੜ੍ਹ ਹੈ। ਉਸ ਪਾਸੇ ਤਾਂ ਇਹਨਾਂ ਦਾ ਦਿਮਾਗ ਨਹੀਂ ਚੱਲਦਾ ਹੈਗਾ ਜਿਹਦੇ ਨਾਲ ਇੰਡਸਟਰੀ ਪ੍ਰਮੋਟ ਹੋਵੇ, ਜਿਹਦੇ ਨਾਲ ਹੋਰ ਜੌਬ ਜਨਰੇਸ਼ਨ ਹੋਵੇ, ਜਿਹਦੇ ਨਾਲ ਹੋਰ ਰੈਵਨਿਊ ਜਨਰੇਸ਼ਨ ਹੋਵੇ। ਤੇ ਕਾਨੂੰਨ ਇਹੋ ਜਿਹੇ ਬਣਾਉਂਦੇ ਨੇ ਕਿ ਜਿਹੜੇ ਕਿ ਪ੍ਰੈਕਟੀਕਲੀ ਇੰਪਲੀਮੈਂਟ ਹੋ ਹੀ ਨਹੀਂ ਸਕਦੇ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਐਮਪਲੋਇਮੈਂਟ ਓਪਰਚੁਨਿਟੀਜ਼ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ, ਉਹ ਜਨਰੇਟ ਹੋਣੀਆਂ ਚਾਹੀਦੀਆਂ ਨੇ। ਪਹਿਲ ਹੈ ਜਿਹੜੀ ਉਹ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਮਿਲਣੀ ਚਾਹੀਦੀ ਹੈ, ਪਰ ਉਹਦੇ ਲਈ ਐਟਮੋਸਫੀਅਰ ਹੈ ਜਿਹੜਾ ਉਹ ਸਿਰਜਣਾ ਸਟੇਟ ਦੀ ਜ਼ਿੰਮੇਵਾਰੀ ਹੈ, ਜਿਹੜੇ ਕਿ ਚਾਹੇ ਪਿਛਲੀ ਸਰਕਾਰ ਹੈ ਤੇ ਚਾਹੇ ਆਹ ਸਰਕਾਰ ਹੈ, ਇਹ ਟੋਟਲੀ ਫੇਲੀਅਰ ਨੇ ਇਸ ਦੇ ਵਿੱਚ। ਸਰ ਅਮਿਤ ਸ਼ਾਹ ਦਾ ਬੜਾ ਟਵੀਟ ਆਇਆ ਕਿ ਬੁੱਧਵਾਰ ਤੋਂ ਕਰਤਾਰ ਗਲਿਆਰਾ ਖੋਲ੍ਹਣਾ ਹੈ, ਜਿਹੜੇ ਹੈਗੇ ਤਾਂ ਉਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਇਹ ਤਾਂ ਇੱਕ ਵੈਲਕਮ ਸਟੈਪ ਹੈ ਜੀ। ਮੈਂ ਸਮਝਦਾ ਕਿ ਸਾਰਿਆਂ ਨੂੰ ਇਸ ਚੀਜ਼ ਦਾ ਵੈਲਕਮ ਕਰਨਾ ਚਾਹੀਦਾ। ਜਦੋਂ ਪਹਿਲਾਂ ਵੀ ਖੁੱਲ੍ਹਿਆ ਸੀਗਾ ਉਸ ਪਵਿੱਤਰ ਧਰਤੀ ਨੂੰ ਅਸੀਂ ਵੀ ਸਾਰੇ ਜਾ ਕੇ ਨਤਮਸਤਕ ਹੋਏ ਸੀਗੇ। ਪਿਛਲੇ ਸਾਲ ਕੋਵਿਡ ਕਰਕੇ ਬੰਦ ਕਰਨਾ ਪੈ ਗਿਆ ਸੀਗਾ, ਪਰ ਹੁਣ ਜਿੰਨਾ ਜਲਦੀ ਖੋਲ੍ਹਿਆ ਜਾਵੇ ਉਨਾ ਚੰਗਾ। ਤੇ ਮੈਂ ਸਮਝਦਾ ਕਿ ਭਾਗਾਂ ਵਾਲੇ ਹੋਵਾਂਗੇ ਆਪਾਂ ਸਾਰੇ ਜੇ ਆਪਾਂ ਦੁਬਾਰਾ ਉੱਥੇ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲੇ। ਹੋਰ ਜੀ ਕੋਈ ਸਵਾਲ ਜਵਾਬ ਸਰ? ਬਿਜਲੀ ਸਮਝੌਤਿਆਂ ਬਾਰੇ ਤੇ ਸਰਕਾਰ ਦੇ ਰੋਲ ਬਾਰੇ ਦੱਸਿਆ।
ਤੇ ਨਾਲ ਸਰਕਾਰ ਦੀਆਂ ਜੋ ਬੇਈਮਾਨੀਆਂ ਨੇ, ਬਦਨੀਅਤੀ ਆ, ਉਹਦੇ ਬਾਰੇ ਵੀ ਦੱਸਿਆ। ਔਰ ਇਸੇ ਤਰ੍ਹਾਂ ਪੰਜਾਬੀਆਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਤੇ ਵੀ ਵਿਸਤਾਰ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਇਹ ਸਾਰੀਆਂ ਗੱਲਾਂ ਨੇ, ਤੁਹਾਨੂੰ ਪਤਾ ਬਿਜਲੀ ਸਮਝੌਤਿਆਂ ਤੇ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਾਈਵੇਟ ਕੰਪਨੀਆਂ ਦਾ ਆਡਿਟ ਕਰਾ ਕੇ ਕਿਸ ਤਰ੍ਹਾਂ ਉੱਥੇ ਸੁਧਾਰ ਲਿਆਂਦੇ ਨੇ, ਉਹੀ ਨੀਅਤ ਅਮਨ ਅਰੋੜਾ ਜੀ ਦੀਆਂ ਗੱਲਾਂ ਬਾਤਾਂ ਤੋਂ ਆਮ ਆਦਮੀ ਪਾਰਟੀ ਦੀ ਸਪਸ਼ਟ ਨਜ਼ਰ ਆ ਰਹੀ ਹੈ। ਸਾਡਾ ਇਹ ਪ੍ਰੋਗਰਾਮ ਹੈ। ਅੱਜ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਪੂਰੇ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕ, ਜਿਹੜੇ ਲੋਕ ਚਾਹੁੰਦੇ ਨੇ ਕਿ ਪੰਜਾਬ ਨੂੰ ਅਸਲ ਦੇ ਵਿੱਚ ਬਦਲਣਾ, ਪੰਜਾਬ ਦੇ ਜਿਹੜੇ ਲੋਕਾਂ ਦੇ ਦੁੱਖ ਤਕਲੀਫਾਂ ਨੇ ਉਹਨਾਂ ਦਾ ਹੱਲ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਾ ਔਰ ਬਿਜਲੀ ਦੇ ਸਸਤੀ ਬਿਜਲੀ ਤੇ ਮੁਫਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਦੇਣੀ ਹੈ। ਸਾਡੇ ਵਿੱਚ ਭਾਰੀ ਗਿਣਤੀ ਦੇ ਵਿੱਚ ਹਰ ਰੋਜ਼ ਪੰਜਾਬੀ ਵੀਰ ਸ਼ਾਮਲ ਹੋ ਰਹੇ ਨੇ। ਅੱਜ ਇਸੇ ਕੜੀ ਦੇ ਵਿੱਚ ਬ੍ਰਿਗੇਡੀਅਰ ਸਤਵਿੰਦਰ ਸਿੰਘ ਜੀ ਗਿੱਲ ਰਿਟਾਇਰਡ, ਜਿਹੜੇ ਬਹੁਤ ਹੀ ਪੜ੍ਹੇ ਲਿਖੇ ਨੇ, MSc ਡਿਫੈਂਸ ਸਟੱਡੀ ਦੀ ਕੀਤੀ ਇਹਨਾਂ ਨੇ ਔਰ ਮਾਸਟਰਸ ਇਨ ਪਰਸਨਲ ਮੈਨੇਜਮੈਂਟ ਨੇ ਪੂਨੇ ਯੂਨੀਵਰਸਿਟੀ ਤੋਂ, ਔਰ ਇਸ ਤੋਂ ਇਲਾਵਾ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਰਹਿ ਕੇ ਗਰੁੱਪ ਕਮਾਂਡਰ NCC ਦੇ ਵੀ ਰਹੇ ਨੇ। ਅੱਜ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ। ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਸਾਡੇ ਪਾਰਟੀ ਦੇ ਨੈਸ਼ਨਲ ਐਗਜ਼ੈਕਟਿਵ ਮੈਂਬਰ ਅਮਨ ਅਰੋੜਾ ਜੀ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਤਾਂ ਬ੍ਰਿਗੇਡੀਅਰ ਸਤਵਿੰਦਰ ਸਿੰਘ ਗਿੱਲ ਜੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਰਸਮ ਪੂਰੀ ਕਰਨ। इधर विश कर लो जी, इधर आओ। हाँ जी, ठीक है, ठीक है, ठीक है, ठीक है। वेलकम जी, वेलकम। ਇਸ ਦੇ ਨਾਲ ਹੀ ਸਾਡੇ ਐਡਵੋਕੇਟ ਮਨਪ੍ਰੀਤ ਸਿੰਘ ਜੀ, ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀ ਰਸਮ ਅਮਨ ਜੀ ਕਰਨ। ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਦੋਵੇਂ ਸੱਜਣਾਂ ਦਾ ਬਹੁਤ ਸਵਾਗਤ ਕਰਦਾ, ਵੈਲਕਮ ਕਰਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਸਟੇਟ ਯੂਨਿਟ ਵੱਲੋਂ। ਔਰ ਅਮਨ ਅਰੋੜਾ ਜੀ ਨੂੰ ਬੇਨਤੀ ਕਰਾਂਗਾ ਕਿ ਵਿਧੀਵਤ ਇਹਨਾਂ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਸਵਾਗਤ ਕਰਨ। ਮੈਂ ਬਹੁਤ ਹੀ ਸਵਾਗਤ ਕਰਦਾ ਸਾਰੇ ਸਤਿਕਾਰਯੋਗ ਸਾਡੇ ਜਿਹੜੇ ਅੱਜ ਤੋਂ ਨਵੇਂ ਫੈਮਿਲੀ ਮੈਂਬਰਸ ਬਣੇ ਨੇ, ਔਰ ਮੈਂ ਸਮਝਦਾ ਕਿ ਇਹ ਇੱਕ ਚੰਗੀ ਮੁਹਿੰਮ ਹੈ ਜਿਹੜੀ ਉਹ ਚੱਲੀ ਹੋਈ ਹੈ ਕਿ ਚਾਹੇ ਕੋਈ ਪੋਲੀਟੀਕਲ ਬੈਕਗਰਾਊਂਡ ਤੋਂ, ਚਾਹੇ ਕੋਈ ਨਾਨ ਪੋਲੀਟੀਕਲ ਬੈਕਗਰਾਊਂਡ ਤੋਂ ਹੈ, ਜਿਹੜਾ ਵੀ ਕੋਈ ਪੰਜਾਬ ਦੀ ਤਰੱਕੀ ਦੇ ਵਿੱਚ ਇਮਾਨਦਾਰੀ ਦੇ ਨਾਲ, ਸਾਫ਼ ਨੀਅਤ ਦੇ ਨਾਲ ਕੰਟਰੀਬਿਊਟ ਕਰਨਾ ਚਾਹੁੰਦਾ ਹੈ, ਉਹ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤੇ ਇਹੀ ਸਾਡੀ ਮਜ਼ਬੂਤੀ ਦਾ ਥੰਮ ਨੇ, ਇਹੀ ਸਾਡੀ ਮਜ਼ਬੂਤੀ ਦਾ ਮੈਂ ਸਮਝਦਾ ਕਿ ਰੀਜ਼ਨ ਨੇ। ਸੋ ਬਹੁਤ ਬਹੁਤ ਸਰ ਧੰਨਵਾਦ ਤੁਹਾਡਾ ਜੀ। ਵਿਸ਼ ਯੂ ਆਲ ਦਾ ਬੈਸਟ ਇਨ ਦਾ ਫੈਮਿਲੀ। ਥੈਂਕ ਯੂ।